ਜਦੋਂ ਤੁਹਾਨੂੰ ਕੋਈ ਇਹ ਕਹੇ ਕਿ ਤੁਹਾਡੇ ਕੋਲ ਕਿਤਾਬਾਂ ਹੋਣ ਪਰ ਤੁਹਾਨੂੰ ਸਕੂਲ ਦੇ ਵਿੱਚ ਟੀਚਰ ਨਾ ਮਿਲੇ ਤਾਂ ਫਿਰ ਤੁਸੀਂ ਕਿੱਦਾਂ ਪੜ੍ਹੋਗੇ। ਇਸ ਕਰਕੇ ਤੁਹਾਨੂੰ ਦੇਹਧਾਰੀ ਗੁਰੂ ਦੀ ਲੋੜ ਹੈ। ਤੁਹਾਨੂੰ ਜਵਾਬ ਦਿਆ ਕਰੋ ਕਿ ਇਸੇ ਕਰਕੇ ਹੀ ਸਾਨੂੰ ਦੇਹਧਾਰੀ ਗੁਰੂ ਦੀ ਲੋੜ ਨਹੀਂ ਹੈ, ਕਿਉਂਕਿ ਜਿਹੜਾ ਸਾਡਾ ਗੁਰੂ ਹੈ ਉਹ ਸਾਨੂੰ ਕਹਿੰਦਾ ਕਿ ਤੁਸੀਂ ਚੇਲੇ ਨਹੀਂ, ਮੈਂ ਵੀ ਤੁਹਾਡਾ ਚੇਲਾ ਹੋਊਂਗਾ ਔਰ ਤੁਸੀਂ ਮੇਰੇ ਗੁਰੂ ਹੋਵੋਗੇ। ਕਿਉਂਕਿ ਇਹ ਗੱਲ, ਇਹ ਫਲਸਫਾ ਯੂਨੀਕ ਸਿੱਖੀ ਦਾ ਫਲਸਫਾ ਹੈ। ਜਿਹੜੀ ਖੰਡੇ ਦੀ ਪਹੁਲ ਤਿਆਰ ਹੋਈ ਤੇ ਉਹਦੇ ਵਿੱਚੋਂ ਜਿਹੜਾ ਪੰਥ ਸਿਰਜਿਆ ਗਿਆ ਔਰ ਪੰਥ ਨੇ ਫਿਰ ਅੱਗੇ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੰਡੇ ਦੀ ਪਹੁਲ ਸਿਖਾਈ। ਇਹ ਕੋਈ ਵੈਕਿਊਮ ਦੇ ਵਿੱਚ ਹੋਈ ਘਟਨਾ ਨਹੀਂ ਹੈ, ਇਹ ਬਕਾਇਦਾ ਪਹਿਲੇ ਗੁਰੂ ਨੇ ਹੀ ਉਹਦਾ ਪੂਰਨਾ ਪਾਇਆ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹ ਨੇ, ਕਿ ਇਸ ਤਰੀਕੇ ਨਾਲ ਇਹ ਕੰਮ ਹੋਣਾ ਹੈ। ਜਦੋਂ ਇਸ ਲੈਵਲ ਦਾ ਪੰਥ ਸਿਰਜਿਆ ਗਿਆ ਕਿ ਉਹ ਨਿਰਭਉ ਵੀ ਹੈ, ਨਿਰਵੈਰ ਵੀ ਹੈ, ਜਦੋਂ ਇਸ ਲੈਵਲ ਦਾ ਪੰਥ ਸਿਰਜਿਆ ਗਿਆ ਤੇ ਫਿਰ ਜਿਹੜੀ ਗੁਰਿਆਈ ਹੈ ਉਹ ਗ੍ਰੰਥ ਤੇ ਪੰਥ ਨੂੰ ਦਿੱਤੀ ਗਈ। ਜਿਸ ਦਿਨ ਤੁਹਾਡੇ ਅੰਦਰ ਇਹ ਗੱਲ ਉਤਰ ਆਈ ਕਿ ਤੁਹਾਡਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ ਤੇ ਸੁਰਤ ਜਿਹੜੀ ਹੈ ਉਹ ਤੁਹਾਡਾ ਚੇਲਾ ਹੈ, ਤੁਹਾਡੀ ਬੋਡੀ ਦਾ ਕੋਈ ਲੈਣਾ ਦੇਣਾ ਨਹੀਂ, ਉਸ ਦਿਨ ਸਿੱਖੀ ਖੇਲ ਉੱਠੂਗੀ ਤੁਹਾਡੇ ਅੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਆਪਾਂ ਕਿਰਦਾਰੇ ਖਾਲਸਾ ਦੇ ਜਿਹੜੇ ਪਿਛਲੇ ਐਪੀਸੋਡ ਸੀਗੇ ਉਹਨਾਂ ਵਿੱਚ ਆਪਾਂ ਵਾਹਿਗੁਰੂ ਸ਼ਬਦ ਨੂੰ ਸਮਝਣ ਦਾ ਯਤਨ ਕਰ ਰਹੇ ਸੀਗੇ, ਔਰ ਜਿਨ੍ਹਾਂ ਨੇ ਨਹੀਂ ਸੁਣਿਆ ਜਾਂ ਜਿਨ੍ਹਾਂ ਦੇ ਕੋਲੇ ਮਿਸ ਹੋ ਗਿਆ ਉਹਨਾਂ ਵਾਸਤੇ ਮੈਂ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ ਕਿ ਪਿਛਲੇ ਐਪੀਸੋਡਸ ਤੱਕ ਮੈਂ ਵਾਹਿਗੁਰੂ ਦਾ ਜਿਹੜਾ ਪਹਿਲਾ ਪਾਰਟ ਹੈ ਯਾਨੀ ਕਿ ਵਾਹ, ਸਿਰਫ ਉਨੀ ਹੀ ਗੱਲ ਮੈਂ ਕਰ ਸਕੀ ਸੀਗੀ। ਗੁਰੂ ਬਾਰੇ ਡਿਸਕਸ਼ਨ ਆਪਾਂ ਅੱਜ ਕਰਾਂਗੇ। ਜਦੋਂ ਮੈਂ ਉਹਦੇ ਵਿੱਚ ਵੀ ਇੱਕ ਥੋੜ੍ਹਾ ਜਿਹਾ ਦੁਬਾਰਾ ਰੀਕੈਪ ਜਿਹਾ ਦੇ ਦਿੰਦੀ ਹਾਂ ਸੋ ਦੈਟ ਆਪਾਂ ਨੂੰ ਇੱਕ ਕੰਟੀਨਿਊਟੀ ਬਣਾਉਣ ਦੇ ਵਿੱਚ ਆਸਾਨੀ ਰਹੇ। ਮੈਂ ਸ਼ੁਰੂ ਕੀਤਾ ਸੀਗਾ ਕਿ ਜਿਹੜਾ ਵਾਹ ਸ਼ਬਦ ਹੈ ਨਾ, ਉਹ ਗੁਰੂ ਨਾਨਕ ਪਾਤਸ਼ਾਹ ਐਜ਼ ਐਨ ਐਕਸਕਲੇਮੇਸ਼ਨ ਯੂਜ਼ ਕਰਦੇ ਆ ਸਭ ਤੋਂ ਪਹਿਲਾਂ। ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹਾਉ ਪਾਪੀ ਤੂੰ ਨਿਰਮਲ ਏਕ। ਹੁਣ ਇੱਥੇ ਜਿਹਨੂੰ ਆਪਾਂ ਇੱਕ ਵਿਸਮਕ ਰੂਪ ਕਹਿੰਦੇ ਆ ਕਿ ਸਾਡੇ ਅੰਦਰੋਂ ਕਿਸੇ ਨੂੰ ਦੇਖ ਕੇ ਨਿਕਲਦਾ ਵਾਹ, ਦੈਟ ਇਜ਼ ਵੰਡਰਸ, ਹੈ ਨਾ। ਉਹ ਉਸ ਜਿਹਨੂੰ ਬਾਅਦ ਵਿੱਚ ਉਹ ਗੁਰੂ ਮਹਾਰਾਜ ਇਹ ਵੀ ਦੱਸਦੇ ਆ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਉਹ ਜਿਹੜਾ ਬਲਿਹਾਰੀ ਕੁਦਰਤ ਵਸਿਆ ਉਹਦੀ ਸ਼ਾਨ, ਉਹਦਾ ਵਿਸਥਾਰ ਹੈ, ਉਹਨੂੰ ਦੇਖ ਕੇ ਗੁਰੂ ਮਹਾਰਾਜ ਕਹਿੰਦੇ ਨੇ ਵਾਹ 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 ਸਾਚੇ ਮੈਂ ਤੇਰੀ ਟੇਕ। ਹੁਣ ਜਿਹੜਾ ਉਹ ਵਾਹ ਹੈ ਉਹ ਇੱਕ ਹੋ ਜਾਂਦਾ ਵਿਸਮਕ, ਇੱਕ ਐਕਸਕਲੇਮੇਸ਼ਨ ਫਾਰਮ ਦੇ ਵਿੱਚ ਸਾਡੇ ਕੋਲ ਆਇਆ। ਉਸ ਤੋਂ ਅੱਗੇ ਜਦੋਂ ਗੁਰੂ ਪਾਤਸ਼ਾਹ ਫਿਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਬਿਰਾਜਮਾਨ ਹੋ ਕੇ ਸਾਨੂੰ ਹੋਰ ਅੱਗੇ ਸਮਝਾਉਂਦੇ ਆ ਤਾਂ ਉਹ ਕਹਿੰਦੇ ਆ ਕਿ ਉਸ ਵਾਹ ਨੂੰ ਪਾਇਆ ਵੀ ਜਾ ਸਕਦਾ ਹੈ, ਯਾਨੀ ਕਿ ਉਹ ਹੁਣ ਐਕਸਕਲੇਮੇਸ਼ਨ ਤੋਂ ਨਾਊਨ ਵੱਲ ਵੱਧ ਗਏ, ਹੈ ਨਾ। ਕਿਉਂਕਿ ਕੋਈ ਵੀ ਇੱਕ ਐਸੀ ਐਂਟਿਟੀ ਹੋਊਗੀ ਜਾਂ ਕੋਈ ਚੀਜ਼ ਹੋਊਗੀ ਜਾਂ ਕੁਝ ਵੀ ਜਿਹਨੂੰ ਤੁਸੀਂ ਪਾ ਸਕਦੇ ਹੋ ਨਾਵ ਰੂਪ ਦੇ ਵਿੱਚ ਹੋਊਗੀ, ਹੈ ਨਾ। ਤਾਂ ਉਦੋਂ ਫਿਰ ਬੋਲਦੇ ਨੇ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੇ ਸੋਭਾ ਪਾਈ। ਹੁਣ ਇੱਥੇ ਉਹ ਕਹਿੰਦੇ ਵਾਹ ਵਾਹ ਕਰਮ ਪ੍ਰਾਪਤ ਹੋਵੇ, ਉਹ ਕਰਮਾਂ ਦੇ ਨਾਲ ਪ੍ਰਾਪਤ ਹੁੰਦਾ, ਯਾਨੀ ਕਿ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ, ਉਹ ਪਾਇਆ ਜਾ ਸਕਦਾ। ਹੁਣ ਇੱਥੇ ਮੈਂ ਜਦੋਂ ਮੈਂ ਗੱਲ ਕੀਤੀ ਸੀਗੀ ਤਾਂ ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਸੀ ਕਿ ਦੇਖੋ ਜਿਹੜਾ ਵਿਸਮਕ ਹੈ, ਜਿਹੜਾ ਉਹ ਕਹਿੰਦੇ ਨੇ ਕਿ ਵਾਹ, ਜਦੋਂ ਉਹਦੀ ਇੰਨੀ ਵਿਸ਼ਾਲਤਾ ਨੂੰ ਵੇਖ ਕੇ ਉਹਨਾਂ ਦੇ ਮੂੰਹ ਚੋਂ ਨਿਕਲਦਾ ਵਾਹ, ਤੇ ਫਿਰ ਉਹ ਕਹਿੰਦੇ ਤੁਸੀਂ ਉਸ ਵਾਹ ਨੂੰ ਪਾ ਵੀ ਸਕਦੇ ਆ। ਉਹ ਕਿਉਂ ਕਹਿੰਦੇ ਆ? ਕਿਉਂਕਿ ਜਿਹੜਾ ਮਨੁੱਖ ਦੀ ਬੁੱਧੀ ਹੈ ਨਾ, ਸਾਡੀ ਬੁੱਧੀ ਨੂੰ ਹਰ ਇੱਕ ਚੀਜ਼ ਨਾਮ ਦੇ ਨਾਲ ਠੀਕ ਲੱਗਦੀ। ਸਾਨੂੰ ਹਰ ਇੱਕ ਚੀਜ਼ ਨੂੰ ਕੋਈ ਨਾ ਕੋਈ ਨਾਮ ਦੇਣਾ ਪੈਂਦਾ। ਹੁਣ ਜਿਸ ਨੂੰ ਉਹ ਕਹਿੰਦੇ ਨੇ ਰੂਪ ਨਾ ਰੇਖ ਨਾ ਰੰਗ ਕਿਛ, ਜਿਹਦਾ ਨਾ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ, ਉਹਦਾ ਕੋਈ ਨਾਮ ਨਹੀਂ, ਉਹ ਜਨਮਦਾ ਨਹੀਂ, ਉਹ ਮਰਦਾ ਨਹੀਂ, ਉਹਦੇ ਬੱਚੇ ਨਹੀਂ, ਉਹਨੂੰ ਉਹ ਕਿਸ ਨਾਮ ਦੇ ਨਾਲ ਫਿਰ ਸੰਬੋਧਨ ਕਰਨ। ਤੇ ਜਿਹੜਾ ਉਹੀ ਵਿਸਮਕ ਹੈ, ਉਹੀ ਜਿਹੜਾ ਵਾਹ ਹੈ ਜੋ ਵੰਡਰਸ ਹੈ, ਉਸੇ ਨੂੰ ਹੀ ਉਹਦਾ ਨਾਮ ਦੇ ਦਿੰਦੇ ਨੇ ਕਿ ਵਾਹ, ਉਹਦਾ ਨਾਮ ਵੀ ਵਾਹ ਹੈ ਨਾ। ਹੁਣ ਉਸ ਵਾਹ ਨੂੰ ਪਾਉਣ ਵਾਸਤੇ ਜਿਹੜਾ ਆਪ ਵਾਹ ਹੈ, ਜਿਹਦੀ ਪੂਰਾ ਦਾਇਰਾ ਵਾਹ ਹੈ, ਕਮਾਲ ਹੈ, ਉਸ ਵਾਹ ਨੂੰ ਪਾਉਣ ਵਾਸਤੇ ਉਹ ਤੁਹਾਨੂੰ ਅੱਗੇ ਕਹਿੰਦੇ ਨੇ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰ ਪੂਰੇ ਵਾਹ ਵਾਹ ਪਾਵੇ। ਉਹ ਸਾਫ਼ ਦੱਸ ਦਿੰਦੇ ਨੇ ਕਿ
ਜਿਹੜਾ ਵਾਹ ਵਾਹ ਤੁਹਾਨੂੰ ਕਰਨ ਦਾ ਹੁਕਮ ਹੈ ਕਿ ਗੁਰੂ ਨੂੰ ਜਿਹੜੀ ਵਾਹ ਵਾਹ ਹੈ ਉਹ ਪਾਉਂਦੀ ਆ। ਵਾਹ ਕਿਹਦੀ? ਗੁਰੂ ਦੀ ਵਾਹ ਨਹੀਂ, ਜਿਹੜਾ ਉਹ ਉਸ ਪਰਮਾਤਮਾ ਦੀ ਵਾਹ ਉਹਨੂੰ ਪਾਉਂਦੀ ਆ, ਤੁਹਾਨੂੰ ਉਹਨੂੰ ਪਾਉਣਾ ਹੈ ਨਾ। ਹੁਣ ਇੱਥੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਐਕਸਕਲਾਮੇਸ਼ਨ ਤੋਂ ਹੁੰਦੇ ਹੋਏ ਨਾਊਨ ਅਤੇ ਨਾਊਨ ਤੋਂ ਹੁੰਦੇ ਹੋਏ ਵਰਬ, ਯਾਨੀ ਕਿ ਵਿਸਮਕ ਤੋਂ ਨਾਂਵ, ਨਾਂਵ ਤੋਂ ਜਿਹੜਾ ਕਰਮ, ਉਹ ਉਸ ਤੱਕ ਚੱਲ ਜਾਂਦੇ ਆ। ਉਹ ਇੱਥੋਂ ਤੱਕ ਆਪਾਂ ਗੱਲ ਕਰਦੇ ਕਰਦੇ ਇੰਨਾ ਕੁ ਸਮਝ ਲਿਆ ਸੀਗਾ ਕਿ ਗੁਰੂ ਜਦੋਂ ਅਕਸਰ ਆਪਾਂ ਕਹਿੰਦੇ ਹਾਂ ਨਾ ਕਿ ਇਹਦੇ ਵਿੱਚ ਤਾਂ ਗੁਰੂਆਂ ਦੀ ਨਹੀਂ ਕੋਈ ਵੀ, ਇਹ ਤਾਂ ਸਿਰਫ ਭੱਟਾਂ ਦੀ ਗੱਲ ਸੀ। ਭੱਟਾਂ ਨੇ ਵਾਹਿਗੁਰੂ ਸ਼ਬਦ ਦਾ ਇਸਤੇਮਾਲ ਕੀਤਾ। ਅਤੇ ਇੱਥੇ ਫਿਰ ਮੈਂ ਤੁਹਾਡੇ ਨਾਲ ਇਹ ਸਾਂਝੀ ਕੀਤੀ ਸੀਗੀ ਕਿ ਗੁਰੂ ਅਰਜਨ ਦੇਵ ਮਹਾਰਾਜ ਬੜਾ ਕਲੀਅਰ ਤੁਹਾਨੂੰ ਇਹ ਸਮਝਾ ਦਿੰਦੇ ਆ ਕਿ ਉਹਨਾਂ ਦਾ ਹੁਕਮ ਆ ਕਿੱਦਾਂ। ਉਹ ਕਹਿੰਦੇ ਨੇ, ਵੇ ਮੁਹਤਾਜ ਵੇ ਪਰਵਾਹ, ਨਾਨਕ ਦਾਸ ਕਹੋ ਗੁਰਵਾਹ। ਜਦੋਂ ਇੰਨੀ ਗੱਲ ਹੁੰਦੀ ਆ, ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਦਾਸ ਕਰੋ ਗੁਰਵਾਹ, ਕਹੋ ਗੁਰਵਾਹ, ਤਾਂ ਫਿਰ ਭੱਟ ਸਾਹਿਬ ਕਹਿੰਦੇ ਨੇ ਵਾਹਿਗੁਰੂ 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 ਵਾਹ ਜੀਓ। ਇਸ ਚੀਜ਼ ਨੂੰ ਜਦੋਂ ਤੁਸੀਂ ਕੰਟੀਨਿਊਟੀ ਵਿੱਚ ਸਮਝੋਗੇ ਫਿਰ ਤੁਹਾਨੂੰ ਬਹੁਤੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਮਿਲ ਜਾਣਗੇ। ਅਦਰਵਾਈਜ਼ ਜਦੋਂ ਆਪਾਂ ਨਹੀਂ ਸਮਝਦੇ ਫਿਰ ਸਾਡੇ ਕੋਲ ਸਵਾਲ ਆਉਂਦੇ ਆ ਕਿ ਵਾਹਿਗੁਰੂ ਸ਼ਬਦ ਕਿੱਥੋਂ ਆਇਆ। ਵਾਹਿਗੁਰੂ ਸ਼ਬਦ ਸਿਰਫ ਭੱਟ ਸਾਹਿਬਾਨਾਂ ਨੇ ਦਿੱਤਾ ਆ, ਜਾਂ ਇਹਦਾ ਗੁਰੂ ਮਹਾਰਾਜ ਨਾਲ ਵੀ ਕੋਈ ਲਿੰਕ ਹੈ, ਜਾਂ ਕੋਈ ਇਹ ਕਹਿ ਦਿੰਦਾ ਹੈ ਕਿ ਨਹੀਂ ਜੀ ਵਾਹਿਗੁਰੂ ਜਿਹੜਾ ਹੈ ਉਹ ਸਿਰਫ ਗੁਰੂਆਂ ਦੀ ਉਸਤਤ ਵਾਸਤੇ ਭੱਟ ਸਾਹਿਬ ਨੇ ਇਸਤੇਮਾਲ ਕੀਤਾ। ਇਹੋ ਜਿਹੀਆਂ ਜਿਹੜੀਆਂ ਕਨਫਿਊਜ਼ਨਸ ਹੈ ਉਹ ਤਾਂ ਆਉਂਦੀਆਂ ਕਿਉਂਕਿ ਆਪਾਂ ਬਾਣੀ ਨੂੰ ਨਿਰੰਤਰਤਾ ਦੇ ਵਿੱਚ ਨਹੀਂ ਪੜ੍ਹਦੇ। ਆਪਾਂ ਬਾਣੀ ਨੂੰ ਛੋਟੇ ਛੋਟੇ ਨਾ ਪੀਸਿਸ ਦੇ ਵਿੱਚ ਪੜ੍ਹਦੇ ਹਾਂ। ਸਾਨੂੰ ਲੱਗਦਾ ਕਿ ਮੇਰੇ ਕੰਮ ਦੀ ਚੀਜ਼ ਹੈ, ਇੰਨੀ ਮੈਂ ਰੱਖ ਲਾਂ, ਬਾਕੀ ਮੈਂ ਛੱਡ ਦਿਆਂ। ਇੰਝ ਨਹੀਂ ਹੋ ਸਕਦਾ। ਤੁਹਾਨੂੰ ਜਦੋਂ ਗੁਰਬਾਣੀ ਨੂੰ ਸਮਝਣਾ ਹੈ ਤਾਂ ਜਿੰਨੀ ਕੁ ਮੇਰੀ ਮੱਤ ਹੈ, ਜੋ ਮੇਰੀ ਤੁੱਛ ਜੀ ਬੁੱਧੀ ਜਿਸ ਹਿਸਾਬ ਨਾਲ ਮੈਨੂੰ ਸਮਝ ਲੱਗਦੀ ਹੈ, ਮੈਨੂੰ ਇਹ ਲੱਗਦਾ ਕਿ ਤੁਹਾਨੂੰ ਪੂਰੀ ਦੀ ਪੂਰੀ ਜਿਹੜੀ ਹੈ ਬਾਣੀ ਨੂੰ ਡੀਕੋਡ ਕਰਨ ਵਾਸਤੇ ਤੁਹਾਨੂੰ ਨਿਰੰਤਰਤਾ ਦੇ ਵਿੱਚ ਪੜ੍ਹਨਾ ਪਊਗਾ। ਹੁਣ ਜਦੋਂ ਤੁਸੀਂ ਵਾਹਿਗੁਰੂ ਦੀ ਗੱਲ ਕਰੋਗੇ, ਜੇ ਤਾਂ ਤੁਸੀਂ ਸਿਰਫ ਭੱਟ ਸਾਹਿਬਾਨ ਦੀ ਬਾਣੀ ਨੂੰ ਲੈ ਕੇ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਵਾਹਿਗੁਰੂ ਸ਼ਬਦ ਜਿਹੜਾ ਸਿਰਫ ਭੱਟਾਂ ਨੇ ਦਿੱਤਾ। ਪਰ ਜਦੋਂ ਤੁਸੀਂ ਇਸ ਨਿਰੰਤਰਤਾ ਦੇ ਵਿੱਚ ਦੇਖੋਗੇ ਤਾਂ ਤੁਹਾਡੇ ਕੋਲ ਜਵਾਬ ਆ ਜਾਊਗਾ ਕਿ ਗੁਰੂ ਪਾਤਸ਼ਾਹ ਨੇ ਬਕਾਇਦਾ ਤੁਹਾਨੂੰ ਵਾਹ ਤੋਂ ਵਾਹ ਦੇ ਨਾਲ ਜੋੜਿਆ। ਉਹਨਾਂ ਨੇ ਕਿਹਾ ਪਹਿਲਾਂ ਉਹਨੂੰ ਵਿਸਮਕ ਰੂਪ ਦੇ ਵਿੱਚ, ਫਿਰ ਉਹਨਾਂ ਨੇ ਕਿਹਾ ਕਿ ਉਹਨੂੰ ਪਾਇਆ ਜਾ ਸਕਦਾ, ਫਿਰ ਉਹਨਾਂ ਦੱਸਿਆ ਕਿੱਦਾਂ ਪਾਇਆ ਜਾ ਸਕਦਾ, ਫਿਰ ਉਹਨਾਂ ਤੁਹਾਨੂੰ ਬਕਾਇਦਾ ਹੁਕਮ ਕੀਤਾ ਕਿ ਤੁਸੀਂ ਗੁਰਵਾਹ ਕਰੋ। ਅਤੇ ਉਸ ਤੋਂ ਬਾਅਦ ਫਿਰ ਭੱਟ ਸਾਹਿਬ ਜਿਹੜੇ ਨੇ ਉਹ ਵਾਹਿਗੁਰੂ 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 ਵਾਹ ਜੀਓ ਬੋਲਦੇ ਨੇ। ਇਹਨੂੰ ਇੱਕ ਕੰਟੀਨਿਊਟੀ ਵਿੱਚ ਸਮਝਣਾ ਪਊਗਾ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਚਲੋ ਵਾਹ ਤੱਕ ਤਾਂ ਗੱਲ ਬਣ ਗਈ, ਹੁਣ ਆ ਜਾਂਦੀ ਹੈ ਗੁਰੂ। ਅੱਜ ਜਿਹੜੀ ਆਪਣਾ ਜਿਹੜਾ ਡਿਸਕਸ਼ਨ ਹੈ ਉਹ ਇਸੇ ਇੱਕ ਵਰਡ ਦੇ ਉੱਤੇ, ਗੁਰੂ ਦੇ ਉੱਤੇ, ਔਰ ਇਹ ਆਪਣੇ ਆਪ 'ਚ ਬਹੁਤ ਔਖਾ ਟੌਪਿਕ ਹੈ ਕਿਉਂਕਿ ਗੁਰੂ ਨੂੰ ਸਮਝ ਲੈਣਾ ਸਾਡੇ ਵੱਸ ਦੀ ਗੱਲ ਨਹੀਂ। ਜਿੰਨੀ ਕੁ ਆਪਣੀ ਮੱਤ ਹੈ, ਜਿੰਨੀ ਕੁ ਸਾਡੀ ਸਮਝ ਹੈ, ਆਪਾਂ ਉਸ ਅਕੋਰਡਿੰਗ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਸਾਨੂੰ ਸਮਝ ਲੱਗ ਜਾਏ, ਜਾਂ ਅਸੀਂ ਘੱਟੋ ਘੱਟ ਆਸ-ਪਾਸ ਪਹੁੰਚਣ ਦੀ ਕੋਸ਼ਿਸ਼ ਕਰ ਲਈਏ। ਤਾਂ ਜਿਹੜੀ ਅੱਜ ਆਪਾਂ ਗੱਲ ਕਰਾਂਗੇ ਉਹ ਇਸੇ ਸ਼ਬਦ ਦੇ ਉੱਤੇ ਕਰਾਂਗੇ ਕਿ ਗੁਰੂ ਕੀ ਹੈ। ਹੁਣ ਇੱਕ ਗੱਲ ਮੈਂ ਇੱਥੇ ਹੋਰ ਐਡ ਕਰ ਦਿਆਂ ਕਿ ਜਦੋਂ ਵੀ ਤੁਹਾਨੂੰ ਕਦੀ ਕੋਈ ਸਵਾਲ ਆਏ ਨਾ ਕਿ ਇਹ ਜਿਹੜੀ ਚੀਜ਼ ਹੈ, ਆ ਜਿਹੜਾ ਅੱਖਰ ਹੈ, ਇਹ ਗੁਰੂ ਨਾਨਕ ਦੇ ਨਾਲ ਉਹਦਾ ਲਿੰਕ ਹੈ ਕਿ ਨਹੀਂ ਹੈ, ਇੱਥੋਂ ਹੀ ਸਮਝ ਲਿਆ ਕਰੋ ਕਿ ਗੁਰਮਤ ਹੈ ਕਿ ਮਨਮਤ ਹੈ। ਕਿਉਂਕਿ ਜਦੋਂ ਬਹੁਤੇ ਲੋਕ ਮੈਨੂੰ ਇਹ ਸਵਾਲ ਕਰਦੇ ਸੀਗੇ ਨਾ ਕਿ ਵਾਹਿਗੁਰੂ ਜਿਹੜਾ ਹੈ ਉਹ ਤਾਂ ਸਿਰਫ ਭੱਟ ਸਾਹਿਬਾਨ ਨੇ ਯੂਜ਼ ਕੀਤਾ, ਉਹਦਾ ਗੁਰੂਆਂ ਨਾਲ ਕੋਈ ਲਿੰਕ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਭੱਟ ਸਾਹਿਬਾਨਾਂ ਦੀ ਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੋ ਗਈ ਤਾਂ ਉਹ ਸਾਡੀ ਗੁਰੂ ਹੋ ਗਏ। ਉਹਨਾਂ ਦਾ ਲਿੰਕ ਬਿਲਕੁਲ ਸਿੱਧੇ ਤੌਰ ਦੇ ਉੱਤੇ ਗੁਰੂ ਪਾਤਸ਼ਾਹ ਦੇ ਨਾਲ ਮੁਕੰਮਲ ਹੋ ਗਿਆ। ਪਰ ਫਿਰ ਵੀ ਤੁਸੀਂ ਅਗਰ ਧਿਆਨ ਦੇਖਣਾ ਹੋਵੇ, ਕੋਈ ਵੀ ਕੰਮ ਜੋ ਤੁਸੀਂ ਕਰ ਰਹੇ ਹੋ, ਜੋ ਤੁਹਾਨੂੰ ਕਿਹਾ ਜਾ ਰਿਹਾ ਕਰਨ ਨੂੰ, ਉਹ ਦੇਖ ਲਓ ਕਿ ਉਹਦਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਲਿੰਕ ਹੈ। ਜੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਦਾ ਕੋਈ ਇਸ਼ਾਰਾ ਕੀਤਾ ਹੈ ਤਾਂ ਫਿਰ ਉਹ ਗੁਰਮਤ ਹੈ, ਨਹੀਂ ਤਾਂ ਉਹ ਮਨਮਤ ਹੈ। ਕਿਉਂਕਿ ਸਿੱਖੀ ਦਾ ਹਰ ਇੱਕ ਫਲਸਫਾ ਗੁਰੂ ਨਾਨਕ ਦੇ ਘਰ 'ਚੋਂ ਹੀ ਨਿਕਲਣਾ, ਗੁਰੂ ਨਾਨਕ ਦੀ ਜਿਹੜੀ ਬਾਣੀ ਆ ਉਹਦੇ ਵਿੱਚੋਂ ਹੀ ਨਿਕਲ ਕੇ ਆਉਣਾ। ਇਹ ਆਪਾਂ ਅੱਗੇ ਪ੍ਰੂਵ ਵੀ ਕਰਾਂਗੇ। ਹੁਣ ਜਿਹੜੀ ਆਪਾਂ ਫਿਰ ਅੱਗੇ ਆਈਏ ਗੱਲ ਦੇ ਉੱਤੇ ਕਿ ਗੁਰੂ ਕੀ ਹੈ, ਗੁਰੂ ਕੌਣ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਸ ਡਿਸਕਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਜਿਹੜੀ ਅੱਜ ਦੀ ਮੇਰੀ ਡਿਸਕਸ਼ਨ ਹੈ ਗੁਰੂ ਕੌਣ ਹੈ, ਗੁਰੂ ਕੀ ਹੈ, ਅਤੇ ਇੱਥੇ ਮੈਂ ਸਿਰਫ ਡਿਸਕਸ਼ਨ ਕਰੂੰਗੀ ਸਿੱਖਾਂ ਦੇ ਗੁਰੂ ਦੀ। ਇਹ ਕਲੀਅਰ ਕਰਨਾ ਕਿਉਂ ਜ਼ਰੂਰੀ ਆ? ਕਿਉਂਕਿ ਬਹੁਤੀ ਵਾਰੀ ਅਸੀਂ ਕਨਫਿਊਜ਼ਨ 'ਚ ਪੈ ਜਾਂਦੇ ਹਾਂ। ਕਿੱਦਾਂ ਕਨਫਿਊਜ਼ਨ 'ਚ ਪੈ ਜਾਂਦੇ ਹਾਂ? ਸਾਨੂੰ ਲੱਗਦਾ ਕਿ ਗੁਰੂ ਜਿਹੜਾ ਵਰਡ ਹੈ ਨਾ, ਇੱਕ ਤਾਂ ਸਾਨੂੰ ਲੱਗਦਾ ਅਸੀਂ ਟਰਾਂਸਲੇਸ਼ਨਸ ਦੇ ਵਿੱਚ ਵੀ ਪੈ ਕੇ ਤੇ ਕਨਫਿਊਜ਼ ਹੋ ਜਾਂਦੇ ਹਾਂ।
ਦੂਜਾ ਅਸੀਂ ਆਪਣੀ ਬੁੱਧੀਮੱਤਾ ਦੇ ਹਿਸਾਬ ਨਾਲ ਵੀ ਕਨਫਿਊਜ਼ਨ 'ਚ ਆ ਜਾਂਦੇ ਹਾਂ। ਅਸੀਂ ਆਪਣੀ ਬੁੱਧੀ ਦੇ ਅਕੋਰਡਿੰਗ ਜਦੋਂ ਚੀਜ਼ਾਂ ਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਕਨਫਿਊਜ਼ਨ ਹੋ ਜਾਂਦੀ ਆ। ਇਸ ਕਰਕੇ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਨੀ ਬਹੁਤ ਜ਼ਰੂਰੀ ਸਮਝਦੀ ਹਾਂ ਕਿ ਜਿਹੜੀ ਮੇਰਾ ਟੌਪਿਕ ਹੈ ਗੁਰੂ ਕੌਣ ਹੈ ਅੱਜ ਦਾ, ਉਹ ਸਿਰਫ ਸਿੱਖਾਂ ਦੇ ਗੁਰੂ ਦੀ ਗੱਲ ਕਰ ਰਹੀ ਹਾਂ। ਕਿਸੇ ਦਾ ਗੁਰੂ ਕੋਈ ਵੀ ਹੋ ਸਕਦਾ, ਸਾਨੂੰ ਉਹਦੇ ਨਾਲ ਨਾ ਤਾਂ ਕੋਈ ਪ੍ਰੋਬਲਮ ਆ, ਨਾ ਉਹਦੀ ਮਰਜ਼ੀ ਆ, ਆਪਣੀ ਮਰਜ਼ੀ ਆ, ਪਰ ਇੱਕ ਸਿੱਖ ਦਾ ਗੁਰੂ ਕੌਣ ਹੋਊਗਾ ਇਹ ਸਮਝਣਾ ਸਾਨੂੰ ਜ਼ਰੂਰੀ ਆ। ਹੁਣ ਜਦੋਂ ਮੈਂ ਕਹਿ ਰਹੀ ਹਾਂ ਕਿ ਟਰਾਂਸਲੇਸ਼ਨ ਦੇ ਨਾਲ ਵੀ ਪ੍ਰੋਬਲਮ ਆ, ਉਹ ਕਿਉਂ ਆ, ਇੱਥੇ ਮੈਂ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਵਿਚਾਰ ਵਟਾਂਦਰਾ ਕਰ ਲਈਏ। ਦੇਖੋ, ਹਰ ਇੱਕ ਚੀਜ਼ ਜ਼ਰੂਰੀ ਨਹੀਂ ਹੈ ਕਿ ਉਹ ਟਰਾਂਸਲੇਟ ਕੀਤੀ ਜਾ ਸਕੇ। ਸਿੱਖਾਂ ਦੇ ਨਾਲ ਵੀ ਔਰ ਬਹੁਤੇ ਹਿੰਦੂ ਜਿਹੜੇ ਸਮਾਜ ਦੇ ਲੋਕ ਨੇ ਉਹਨਾਂ ਨਾਲ ਵੀ ਸਾਡੀ ਮੁਸ਼ਕਲ ਇਹੀ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵੈਸਟਰਨ ਫਿਲਾਸਫੀ ਦੇ ਅਕੋਰਡਿੰਗ, ਵੈਸਟਰਨ ਟਰਾਂਸਲੇਸ਼ਨ ਦੇ ਅਕੋਰਡਿੰਗ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਪੋਸੀਬਲ ਨਹੀਂ, ਕਿਉਂਕਿ ਜ਼ਰੂਰੀ ਨਹੀਂ ਕਿ ਹਰ ਇੱਕ ਅੱਖਰ ਦਾ ਜਿਹੜਾ ਦੂਸਰੀ ਭਾਸ਼ਾ ਦੇ ਵਿੱਚ ਸਮਾਨ ਅਰਥਕ ਸ਼ਬਦ ਹੋਵੇ। ਇਹ ਜ਼ਰੂਰੀ ਨਹੀਂ ਕਿ ਹਰ ਇੱਕ ਵਰਡ ਜਿਹੜਾ ਆ ਉਹ ਐਜ਼ ਇਟ ਇਜ਼ ਦੂਜੀ ਭਾਸ਼ਾ ਦੇ ਵਿੱਚ ਟਰਾਂਸਲੇਟ ਕੀਤਾ ਜਾ ਸਕੇ। ਹੁਣ ਇਹਦਾ ਕਿੱਦਾਂ, ਕਿਉਂਕਿ ਜਦੋਂ ਤੁਸੀਂ ਗੁਰੂ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਦੇ ਹੋ ਤਾਂ ਬਣਦਾ ਟੀਚਰ। ਆਪਾਂ ਟੀਚਰ ਹੀ ਕਹਿੰਦੇ ਹਾਂ ਨਾ, ਟੀਚਰ, ਗਾਈਡ ਜਾਂ ਸਮਥਿੰਗ। ਜਦ ਕਿ ਜਿਹੜਾ ਗੁਰੂ ਹੈ ਉਹ ਟੀਚਰ ਨਹੀਂ ਹੁੰਦਾ। ਟੀਚਰ ਔਰ ਗੁਰੂ ਦੇ ਵਿੱਚ ਫਰਕ ਹੈ ਨਾ। ਕਿਵੇਂ? ਦੇਖੋ, ਜਦੋਂ ਆਪਾਂ ਵੈਸਟਰਨ ਫਿਲਾਸਫੀ ਦੀ ਗੱਲ ਕਰਾਂਗੇ ਤਾਂ ਵੈਸਟਰਨ ਫਿਲਾਸਫੀ ਦੇ ਵਿੱਚ ਜੇ ਟੀਚਰ ਹੈ ਤਾਂ ਸਟੂਡੈਂਟ ਹੋਊਗਾ। ਉਹ ਬਾਈਨਰੀਜ਼ ਕੰਸਟਰਕਟ ਕਰਦੀਆਂ, ਟੀਚਰ ਔਰ ਸਟੂਡੈਂਟ ਦੀ ਬਾਈਨਰੀ ਹੈ, ਜੇ ਪ੍ਰੋਫਿਟ ਹੈ ਤਾਂ ਉਹਦੀ ਡਿਸਾਈਪਲ ਦੀ ਬਾਈਨਰੀ ਹੈ। ਸੋ ਇਹ ਬਾਈਨਰੀਜ਼ ਕੰਸਟਰਕਟ ਹੁੰਦੀਆਂ, ਟੀਚਰ ਦੇ ਨਾਲ ਸਟੂਡੈਂਟ ਦੀ ਬਾਈਨਰੀ ਕੰਸਟਰਕਟ ਹੁੰਦੀ ਹੈ। ਸਿੱਖਾਂ ਦੇ ਵਿੱਚ ਜਿਹੜਾ ਗੁਰੂ ਹੈ ਉਹਦੇ ਵਿੱਚ ਇਹ ਬਾਈਨਰੀਜ਼ ਨਹੀਂ ਹੈਗੀਆਂ। ਇਹ ਗੱਲ ਸਮਝਣੀ ਸਾਨੂੰ ਜ਼ਰੂਰੀ ਹੈ, ਲਾਜ਼ਮੀ ਹੈ। ਸਿੱਖਾਂ ਦੇ ਗੁਰੂ ਦੇ ਵਿੱਚ ਜਿਹੜੀ ਗੁਰੂ ਨੂੰ ਜੇ ਤੁਸੀਂ ਟੀਚਰ ਕਹਿ ਲਓਗੇ ਨਾ, ਔਰ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਇਹ ਕਨਫਿਊਜ਼ ਕੀਤਾ ਜਾਂਦਾ, ਸਾਡੇ ਸਿੱਖਾਂ ਨੂੰ ਇਹ ਕਨਫਿਊਜ਼ ਕੀਤਾ ਜਾਂਦਾ। ਬਹੁਤ ਜਿਹੜੇ ਡੇਰੇ ਵਾਲੇ ਵੀ ਨੇ ਉਹਨਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਆ ਕਿ ਦੇਖੋ ਜੀ, ਬਿਨਾਂ ਟੀਚਰ ਦੇ ਤੁਸੀਂ ਕਲਾਸ 'ਚ ਚੱਲ ਜਾਓਗੇ, ਤੁਸੀਂ ਕਲਾਸ ਜਾ ਕੇ ਪੜ੍ਹ ਹੀ ਨਹੀਂ ਸਕਦੇ। ਬਿਨਾਂ ਟੀਚਰ ਦੇ ਤੁਹਾਡੇ ਕੋਲ ਕਿਤਾਬਾਂ ਹੋਣ ਸਾਰੀਆਂ, ਤੁਹਾਨੂੰ ਟੀਚਰ ਦਿੱਤਾ ਨਾ ਜਾਵੇ, ਤੁਸੀਂ ਕਿੱਦਾਂ ਪੜ੍ਹ ਲਓਗੇ? ਉਹਨਾਂ ਦੀ ਗੱਲ ਬਿਲਕੁਲ ਸਹੀ ਆ, ਪਰ ਤੁਸੀਂ ਕਨਫਿਊਜ਼ ਕਿੱਥੇ ਹੋ ਜਾਂਦੇ ਆ? ਤੁਸੀਂ ਉਹਨਾਂ ਦੀ ਇਸ ਇੰਟਰਪ੍ਰੀਟੇਸ਼ਨ ਨੂੰ ਮੰਨ ਲੈਂਦੇ ਆ ਕਿ ਟੀਚਰ ਹੀ ਗੁਰੂ ਹੁੰਦਾ, ਜਦ ਕਿ ਇਹ ਨਹੀਂ ਹੁੰਦਾ। ਜਿੱਥੇ ਟੀਚਰ ਹੋਊਗਾ ਨਾ ਉੱਥੇ ਸਟੂਡੈਂਟ ਹੋਊਗਾ, ਔਰ ਟੀਚਰ ਔਰ ਸਟੂਡੈਂਟ ਦੇ ਵਿੱਚ ਇੱਕ ਡਿਸਟੈਂਸ ਰਹਿੰਦਾ ਆ। ਦੋ ਬਾਈਨਰੀਜ਼ ਹੁੰਦੀਆਂ ਆ, ਟੀਚਰ ਵੱਖਰਾ ਹੁੰਦਾ, ਸਟੂਡੈਂਟ ਵੱਖਰਾ ਹੁੰਦਾ ਆ। ਵੇਅਰ ਐਜ਼ ਜਦੋਂ ਸਿੱਖਾਂ ਦੇ ਗੁਰੂ ਦੀ ਗੱਲ ਕਰਦੇ ਆ ਨਾ ਤਾਂ ਉਹਦੇ ਵਿੱਚ ਬਾਈਨਰੀਜ਼ ਨਹੀਂ ਰਹਿ ਜਾਂਦੀਆਂ। ਕਿੱਦਾਂ? ਜਦੋਂ ਆਪਾਂ ਭਾਈ ਗੁਰਦਾਸ ਜੀ ਕੋਲੋਂ ਹੀ ਪਹਿਲੀ ਗੱਲ ਭਾਈ ਗੁਰਦਾਸ ਜੀ ਕੋਲੋਂ ਜਦੋਂ ਪੁੱਛਦੇ ਤਾਂ ਕਹਿੰਦੇ ਗੁਰੂ ਚੇਲਾ, ਚੇਲਾ ਗੁਰੂ, ਪੁਰਖੇ ਪੁਰਖ ਚਲਤ ਵਰਤਾਇਆ। ਹੁਣ ਗੁਰੂ ਚੇਲਾ, ਚੇਲਾ ਗੁਰੂ ਹੋ ਜਾਂਦਾ। ਇਹ ਗੱਲ ਸਮਝਣ ਵਾਲੀ ਆ। ਇੱਥੇ ਆ ਕੇ ਅਸੀਂ ਡਿਫਰ ਕਰ ਜਾਂਦੇ ਹਾਂ ਬਹੁਤ ਸਾਰੇ ਜਿਹੜੀਆਂ ਹੋਰ ਇੰਟਰਪ੍ਰੀਟੇਸ਼ਨਸ ਨੇ ਉਹਨਾਂ ਤੋਂ। ਬੜੀ ਅੱਜ ਸੁਪਰਫਿਸ਼ੀਅਲ ਜੇ ਲੈਵਲ ਦੀ ਆਪਾਂ ਡਿਸਕਸ਼ਨ ਕਰ ਰਹੇ ਹਾਂ, ਬੜੀਆਂ ਨੋਰਮਲ ਗੱਲਾਂ ਨੂੰ ਆਪਾਂ ਪਹਿਲਾਂ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਦੇ ਉੱਤੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ, ਹੈ ਨਾ। ਹੁਣ ਜਿਹੜੇ ਹਿੰਦੂ ਧਰਮ ਦੇ ਵਿੱਚ ਵੀ, ਉਹਨਾਂ ਵਿੱਚ ਵੀ ਜਿਹੜਾ ਗੁਰੂ ਹੈ ਅਤੇ ਗੁਰੂ ਦੇ ਨਾਲ ਸ਼ਿਸ਼ਯ ਹੁੰਦਾ ਆ। ਸ਼ਿਸ਼ਯ ਕਦੇ ਗੁਰੂ ਨਹੀਂ ਬਣਦਾ, ਮਤਲਬ ਉਸ ਗੁਰੂ ਦਾ ਗੁਰੂ ਨਹੀਂ ਬਣਦਾ ਜਿਹਦੇ ਕੋਲੋਂ ਉਹਨੇ ਗਿਆਨ ਪ੍ਰਾਪਤ ਕੀਤਾ ਹੋਵੇ, ਹੈ ਨਾ। ਅਤੇ ਇਸੇ ਤਰੀਕੇ ਨਾਲ ਇੱਕ ਟੀਚਰ ਹੈ ਅਤੇ ਇੱਕ ਸਟੂਡੈਂਟ ਹੈ। ਸਟੂਡੈਂਟ ਬੇਸ਼ੱਕ ਅੱਗੇ ਵੱਡਾ ਹੋ ਕੇ ਪੜ੍ਹ ਕੇ ਉਹ ਵੀ ਟੀਚਰ ਬਣ ਜਾਏ, ਪਰ ਉਸ ਟੀਚਰ ਦਾ ਟੀਚਰ ਨਹੀਂ ਬਣ ਸਕਦਾ, ਹੈ ਨਾ। ਸਿੱਖਾਂ ਦੇ ਵਿੱਚ ਇਹ ਫਲਸਫਾ ਨਹੀਂ ਆ। ਸਿੱਖਾਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਕਾਇਦਾ ਖੰਡੇ ਦੀ ਪੋਹਲ ਜਿਹੜੀ ਆ ਉਹ 5 ਪਿਆਰਿਆਂ ਨੂੰ ਛਕਾਉਂਦੇ ਨੇ ਤਾਂ ਉਹ ਗੁਰੂ ਨੇ, ਅਤੇ ਜਿਹੜੇ 5 ਪਿਆਰੇ ਨੇ ਉਹ ਚੇਲੇ ਨੇ। ਪਰ ਉਸ ਤੋਂ ਬਾਅਦ ਉਹ ਆਪ ਵੀ ਉਹਨਾਂ ਦੇ ਕੋਲੋਂ ਜਿਹੜੀ ਖੰਡੇ ਦੀ ਪੋਹਲ ਛਕ ਕੇ ਆਪਣੇ ਆਪ ਨੂੰ ਚੇਲਾ ਅਤੇ ਉਹਨਾਂ ਨੂੰ ਗੁਰੂ ਦਾ ਸਥਾਨ ਦੇ ਦਿੰਦੇ ਨੇ। ਸੋ ਉਹੀ ਚੇਲਾ ਜਿਹੜਾ ਗੁਰੂ ਕੋਲੋਂ ਆਪਣੀ ਜਿਹੜਾ ਖੰਡੇ ਦੀ ਪੋਹਲ ਲੈ ਰਿਹਾ, ਫਿਰ ਉਸ ਦਾ ਗੁਰੂ ਵੀ ਉਹ ਬਣ ਜਾਂਦਾ। ਔਰ ਇਸ ਤਰ੍ਹਾਂ ਹੁੰਦਾ ਨਾ ਜੀ ਕਿ 5 ਪਿਆਰਿਆਂ ਦੇ ਹੁਕਮ ਤੋਂ ਬਾਅਦ ਹੀ ਉਹਨਾਂ ਨੇ ਗੜੀ ਛੱਡੀ ਸੀ। ਕਿਉਂ ਛੱਡੀ ਸੀ? ਕਿਉਂਕਿ ਉਸ ਟਾਈਮ 'ਤੇ ਉਹ ਗੁਰੂ ਦੀ ਥਾਂ 'ਤੇ ਆ ਗਏ ਸੀ। ਹੁਣ ਇਹ ਜਿਹੜੀ ਚੀਜ਼ ਹੈ ਨਾ, ਇਹਨੂੰ ਤੁਹਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਅਸੀਂ ਜਿਹੜਾ ਸਿੱਖਾਂ ਦਾ ਗੁਰੂ ਦਾ ਫਲਸਫਾ ਹੈ ਉਹਨੂੰ ਕਿਸੇ ਵੀ ਵੈਸਟਰਨ ਆਈਡੀਓਲੋਜੀ ਦੇ ਵਿੱਚ ਫਿੱਟ ਕਰਕੇ ਨਹੀਂ ਦੇਖ ਸਕਦੇ, ਕਿਉਂਕਿ ਇਹ ਬਾਈਨਰੀ ਦੀ ਗੱਲ ਹੀ ਨਹੀਂ ਆ। ਇਹ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਦੀ ਗੱਲ ਹੈ। ਗੁਰੂ ਦਾ ਚੇਲਾ ਹੋ ਜਾਣਾ ਅਤੇ ਚੇਲੇ ਦਾ ਗੁਰੂ ਹੋ ਜਾਣਾ ਇਸ ਚਮਤਕਾਰ ਦੀ ਗੱਲ ਹੈ ਨਾ। ਅਤੇ ਇਹਦੇ ਵਿੱਚ ਤੁਸੀਂ ਬਾਈਨਰੀਜ਼ ਵਿੱਚ ਨਹੀਂ ਪੈ ਸਕਦੇ। ਸੋ ਅੱਗੇ ਤੋਂ ਜਦੋਂ ਤੁਹਾਨੂੰ ਕੋਈ ਇਹ ਕਹੇ ਕਿ ਤੁਹਾਡੇ ਕੋਲ ਕਿਤਾਬਾਂ ਹੋਣ ਪਰ ਤੁਹਾਨੂੰ ਸਕੂਲ ਦੇ ਵਿੱਚ ਟੀਚਰ ਨਾ ਮਿਲੇ ਤਾਂ ਫਿਰ ਤੁਸੀਂ ਕਿੱਦਾਂ ਪੜ੍ਹੋਗੇ? ਇਸ ਕਰਕੇ ਤੁਹਾਨੂੰ ਦੇਹਧਾਰੀ ਗੁਰੂ ਦੀ ਲੋੜ ਹੈ। ਤੁਹਾਨੂੰ ਜਵਾਬ ਦਿਆ ਕਰੋ
ਕਿ ਇਸੇ ਕਰਕੇ ਹੀ ਸਾਨੂੰ ਦੇਹਧਾਰੀ ਗੁਰੂ ਦੀ ਲੋੜ ਨਹੀਂ ਹੈ, ਕਿਉਂਕਿ ਜਿਹੜਾ ਸਾਡਾ ਗੁਰੂ ਹੈ ਉਹ ਸਾਨੂੰ ਕਹਿੰਦਾ ਕਿ ਤੁਸੀਂ ਚੇਲੇ ਨਹੀਂ, ਮੈਂ ਵੀ ਤੁਹਾਡਾ ਚੇਲਾ ਹੋਊਂਗਾ ਔਰ ਤੁਸੀਂ ਮੇਰੇ ਗੁਰੂ ਹੋਵੋਗੇ। ਇਹ ਇਸ ਤਰ੍ਹਾਂ ਦਾ ਜਿੱਥੇ ਵੀ ਆਦਾਨ ਪ੍ਰਦਾਨ ਹੋਵੇ ਸਾਨੂੰ ਦੱਸਿਓ, ਫਿਰ ਅਸੀਂ ਉਸ ਦੇਹਧਾਰੀ ਗੁਰੂ ਨੂੰ ਅਸੀਂ ਗੁਰੂ ਮੰਨਾਂਗੇ ਜਿਹੜਾ ਸਾਨੂੰ ਇਸ ਲੈਵਲ 'ਤੇ ਗੱਲ ਕਰ ਸਕਦਾ। ਕਰ ਹੀ ਨਹੀਂ ਸਕਦਾ, ਕਿਉਂਕਿ ਇਹ ਫਲਸਫਾ ਯੂਨੀਕ ਸਿੱਖੀ ਦਾ ਫਲਸਫਾ ਹੈ। ਠੀਕ ਹੈ ਜੀ। ਹੁਣ ਜਦੋਂ ਆਪਾਂ ਇਸੇ ਗੱਲ ਦੇ ਉੱਤੇ ਵੇਖਾਂਗੇ ਨਾ, ਤੇ ਤੁਸੀਂ ਜ਼ਰਾ ਧਿਆਨ ਦਿਓ ਜੇ ਕਿ ਬਹੁਤੇ ਲੋਕ ਕਹਿ ਦਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਡਿਫਰੈਂਟ ਪੰਥ ਚਲਾ ਦਿੱਤਾ। ਪੰਥ ਤਾਂ ਇੱਕੋ ਹੀ ਸੀ ਨਾ, ਗੁਰੂ ਨਾਨਕ ਦਾ ਪੰਥ ਹੀ, ਔਰ ਬਕਾਇਦਾ ਗੁਰੂ ਨਾਨਕ ਦੇ ਜਿਹੜੇ ਪਾਏ ਹੋਏ ਪੂਰਨੇ ਸੀ ਉਹਨਾਂ ਦੇ ਉੱਤੇ ਹੀ ਚੱਲਦੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ ਨਾ। ਹੁਣ ਦੇਖੋ ਉਸ ਲੈਵਲ ਤੋਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਜਦੋਂ ਵਿਚਰ ਰਹੇ ਨੇ, ਜਿਹੜੇ ਦੱਬੇ ਕੁਚਲੇ ਲੋਕਾਂ ਦੇ ਵਿੱਚ ਉਹਨਾਂ ਨੂੰ ਹੋਕਾ ਦੇ ਕੇ ਜਗਾ ਰਹੇ ਨੇ, ਉਸ ਤੋਂ ਬਾਅਦ ਇਹ ਗੱਲ ਮੈਂ ਪਹਿਲਾਂ ਬੜੇ ਵਿਸਥਾਰ 'ਚ ਕਰ ਚੁੱਕੀ ਹਾਂ ਪਹਿਲੇ ਐਪੀਸੋਡਸ ਦੇ ਵਿੱਚ, ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਕਦੀ ਆਵਾਜ਼ ਹੀ ਨਹੀਂ ਨਿਕਲਦੀ ਸੀ, ਆਵਾਜ਼ ਬੁਲੰਦ ਹੀ ਨਹੀਂ ਹੁੰਦੀ ਸੀ, ਉਹਨਾਂ ਨੂੰ ਗੁਰੂ ਪਾਤਸ਼ਾਹ ਉਂਗਲ ਫੜ ਕੇ ਇਸ ਲੈਵਲ 'ਤੇ ਲੈ ਆਉਂਦੇ ਨੇ ਕਿ ਉਹ ਇੱਕ ਹਕੂਮਤ ਦਾ ਤਖਤਾ ਪਲਟ ਦਿੰਦੇ ਨੇ। ਔਰ ਨਾ ਸਿਰਫ ਤਖਤਾ ਪਲਟ ਦਿੰਦੇ ਨੇ, ਬਲਕਿ ਉੱਥੇ ਆਪਣਾ ਇੱਕ ਰਾਜ ਕਾਇਮ ਕਰ ਲੈਂਦੇ ਨੇ। ਉਹ ਉਸ ਲੈਵਲ ਦੇ ਉੱਤੇ ਉਹਨਾਂ ਲੋਕਾਂ ਨੂੰ ਲੈ ਆਏ। ਹੁਣ ਇਹ ਜਿਹੜੀ ਟਰਾਂਸਫੋਰਮੇਸ਼ਨ ਹੋਈ ਹੈ, ਇਹ ਓਵਰ ਦ ਨਾਈਟ ਤਾਂ ਹੋਈ ਨਹੀਂ, ਇਹਦੇ ਵਾਸਤੇ ਪ੍ਰੋਪਰ ਜਿਹੜੀਆਂ ਦੋ 2.5 ਜਿਹੜੀਆਂ ਸਦੀਆਂ ਲੱਗੀਆਂ ਨੇ। ਉਸ ਪੂਰੇ ਦੌਰਾਨ ਹੁਣ ਪਹਿਲੇ ਗੁਰੂ ਨਾਨਕ ਜਿਹੜੇ ਨੇ ਉਹ ਉਦੋਂ ਹੀ ਆਪਣੇ ਜਿਹੜੇ ਚੇਲੇ ਨੂੰ ਗੁਰੂ ਇਸ ਕਰਕੇ ਨਹੀਂ ਥਾਪਦੇ ਕਿਉਂਕਿ ਉਸ ਟਾਈਮ 'ਤੇ ਉਹ ਜਿਹੜੀਆਂ ਕੁਆਲਿਟੀਜ਼ ਨੇ ਉਹ ਨਹੀਂ ਆਈਆਂ। ਜਦੋਂ ਉਹ ਕੁਆਲਿਟੀਜ਼ ਆ ਗਈਆਂ ਤੇ ਫਿਰ 1699 ਦੀ ਵਿਸਾਖੀ ਨੂੰ ਪੰਥ ਜਿਹੜਾ ਹੈ ਉਹ ਸਿਰਜਿਆ ਜਾਂਦਾ ਆ, ਔਰ ਉੱਥੇ ਗੁਰੂ ਚੇਲੇ ਵਾਲੀ ਗੱਲ ਆ ਜਾਂਦੀ ਹੈ। ਫਿਰ ਆ ਜਾਂਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਆਪੇ ਗੁਰੂ ਵੀ ਹੈ ਤੇ ਆਪੇ ਚੇਲਾ ਵੀ ਹੈ। ਫਿਰ ਉੱਥੇ ਉਹ ਗੱਲ ਆ ਜਾਂਦੀ ਹੈ। ਫਿਰ ਉੱਥੇ ਤੁਹਾਨੂੰ ਪ੍ਰੈਕਟੀਕਲ ਕਰਕੇ ਦੱਸ ਦਿੰਦੇ ਆ, ਜੋ ਪਹਿਲਾਂ ਗੁਰੂ ਪਾਤਸ਼ਾਹ ਸਿਰਫ ਜਿਹੜੇ ਨੇ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਨੂੰ ਦੱਸਦੇ ਆ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਆਪੇ ਗੁਰ ਚੇਲਾ ਹੈ ਆਪੇ ਹਰ ਪ੍ਰਭ ਚੋਜ ਵਿਡਾਣੀ, ਆਪੇ ਗੁਰ ਚੇਲਾ ਹੈ ਆਪੇ, ਹੈ ਨਾ। ਹੁਣ ਆਪੇ ਗੁਰ ਆਪੇ ਚੇਲਾ, ਉਹ ਇਹ ਗੱਲ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੂਰਨੇ ਪਏ ਹੋਏ ਆ ਨਾ ਜੀ। ਪਰ ਜਦੋਂ ਸਾਡੇ ਕੋਲ ਪ੍ਰੈਕਟੀਕਲ ਹੀ ਆਉਂਦੀ ਹੈ, ਤਾਂ ਪ੍ਰੈਕਟੀਕਲ ਸਾਡੇ ਕੋਲ ਕਦੋਂ ਆਉਂਦੀ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਪ੍ਰੈਕਟੀਕਲ ਕਰਕੇ ਦੱਸ ਦਿੰਦੇ ਆ। ਸੋ ਜਿਹੜੀ ਖੰਡੇ ਦੀ ਪਹੁਲ ਤਿਆਰ ਹੋਈ ਅਤੇ ਉਹਦੇ ਵਿੱਚੋਂ ਜਿਹੜਾ ਪੰਥ ਸਿਰਜਿਆ ਗਿਆ, ਔਰ ਪੰਥ ਨੇ ਫਿਰ ਅੱਗੇ 5 ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੰਡੇ ਦੀ ਪਹੁਲ ਛਕਾਈ। ਇਹ ਕੋਈ ਵੈਕਿਊਮ ਦੇ ਵਿੱਚ ਹੋਈ ਘਟਨਾ ਨਹੀਂ ਆ, ਇਹ ਬਕਾਇਦਾ ਪਹਿਲੇ ਗੁਰੂ ਨੇ ਹੀ ਉਹਦਾ ਪੂਰਨਾ ਪਾਇਆ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹ ਨੇ, ਕਿ ਇਸ ਤਰੀਕੇ ਨਾਲ ਇਹ ਕੰਮ ਹੋਣਾ ਆ, ਹੈ ਨਾ। ਔਰ ਉਦੋਂ ਫਿਰ ਜਾ ਕੇ ਉਹ ਫਿਰ ਜਿਹੜੀ ਗੁਰਿਆਈ ਹੈ, ਜਦੋਂ ਇਸ ਲੈਵਲ ਦਾ ਪੰਥ ਸਿਰਜਿਆ ਗਿਆ ਕਿ ਉਹਨਾਂ ਨੂੰ ਨਾ ਤਾਂ ਉਹ ਨਿਰਭਉ ਵੀ ਹੈ ਨਿਰਵੈਰ ਵੀ ਹੈ, ਜਦੋਂ ਇਸ ਲੈਵਲ ਦਾ ਪੰਥ ਸਿਰਜਿਆ ਗਿਆ ਅਤੇ ਫਿਰ ਜਿਹੜੀ ਗੁਰਿਆਈ ਹੈ ਉਹ ਗ੍ਰੰਥ ਅਤੇ ਪੰਥ ਨੂੰ ਦਿੱਤੀ ਗਈ। ਉਦੋਂ ਜਿਹੜਾ ਹੈ ਉਦੋਂ ਬਿਲਕੁਲ ਉਹ ਅਭੇਦ ਹੋ ਗਿਆ। ਇਹ ਆਪਾਂ ਅੱਗੇ ਇਹਦੇ ਬਾਰੇ ਹੋਰ ਡਿਸਕਸ ਕਰਾਂਗੇ। ਹੁਣ ਆਤਮਾ ਅਤੇ ਪਰਮਾਤਮਾ ਦੀ ਜਿਹੜੀ ਨਿਰੰਤਰਤਾ ਹੈ ਉਹਨੂੰ ਹੋਣ ਵਾਸਤੇ ਗੁਰੂ ਅਤੇ ਜਿਹੜਾ ਚੇਲਾ ਹੈ ਉਹਨੂੰ ਇੱਕ ਹੋ ਜਾਣਾ ਜ਼ਰੂਰੀ ਹੈ ਨਾ। ਗੁਰੂ ਅਤੇ ਚੇਲਾ ਇੱਕ ਹੋ ਜਾਂਦੇ ਆ। ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਨੂੰ ਸਾਨੂੰ ਦੇਖਣਾ ਪਊਗਾ ਕਿ ਗੁਰੂ ਹੈ ਕੀ, ਵਾਟ ਇਜ਼ ਗੁਰੂ। ਜਿਹੜਾ ਸਿੱਖਾਂ ਦਾ ਗੁਰੂ ਹੈ, ਇੱਥੋਂ ਤੱਕ ਤਾਂ ਮੈਨੂੰ ਲੱਗਦਾ ਮੈਂ ਕਲੀਅਰ ਕਰ ਦਿੱਤਾ ਹੈ ਕਿ ਜਿਹੜਾ ਸਿੱਖਾਂ ਦਾ ਗੁਰੂ ਹੈ, ਤੁਸੀਂ ਉਹਨੂੰ ਕਿਸੇ ਵੀ ਹੋਰ ਟਰਾਂਸਲੇਸ਼ਨ ਦੇ ਵਿੱਚ ਕਰਕੇ ਨਹੀਂ ਦੇਖ ਸਕਦੇ, ਕਿਉਂਕਿ ਟਰਾਂਸਲੇਸ਼ਨਸ ਤੁਹਾਨੂੰ ਬਾਈਨਰੀਜ਼ ਦੇ ਵਿੱਚ ਬਣਦੀਆਂ, 2 ਹਿੱਸਿਆਂ ਦੇ ਵਿੱਚ ਬਣਦੀਆਂ, ਜਦ ਕਿ ਸਿੱਖਾਂ ਦੇ ਗੁਰੂ ਦਾ ਫਲਸਫਾ ਜਿਹੜਾ ਹੈ ਉਹ ਬਾਈਨਰੀਜ਼ ਵਿੱਚ ਬੰਨਣ ਦਾ ਨਹੀਂ, ਉਹ ਇੱਕ ਸਾਰਤਾ ਦਾ ਹੈ। ਉਹ ਤੁਹਾਨੂੰ ਇਕੱਠਾ ਕਰਦਾ, ਉਹ ਤੁਹਾਨੂੰ ਪਰਮਾਤਮਾ ਅਤੇ ਆਤਮਾ ਦੀ ਨਿਰੰਤਰਤਾ ਦੇ ਨਾਲ ਜੋੜਦਾ, ਉਹ ਤੁਹਾਨੂੰ ਗੁਰੂ ਅਤੇ ਚੇਲੇ ਦੀ ਇਕਸਾਰਤਾ ਦੇ ਵਿੱਚ ਲੈ ਕੇ ਆਉਂਦਾ। ਇੱਥੇ ਇੰਨਾ ਕੁ ਫਲਸਫਾ ਜੇ ਤੁਹਾਨੂੰ ਸਮਝ ਲੱਗ ਗਈ ਤਾਂ ਮੈਨੂੰ ਲੱਗਦਾ ਕਿ ਤੁਸੀਂ ਕਿਸੇ ਦਾ ਵੀ ਜਿਹੜਾ ਆਨਸਰ ਆ ਉਹ ਦੇ ਸਕਦੇ ਆ। ਹੁਣ ਆਪਣੇ ਕੋਲ ਆਉਂਦਾ ਕਿ ਗੁਰੂ ਫਿਰ ਹੈ ਕੀ। ਤਾਂ ਭਾਈ ਗੁਰਦਾਸ ਜੀ ਦੀ ਜਿਹੜੀ ਸਿੱਧ ਪ੍ਰਸ਼ੋਤਰ ਹੈ, ਜਦੋਂ ਸਿੱਧ ਗੁਰੂ ਪਾਤਸ਼ਾਹ ਨੂੰ ਪੁੱਛਦੇ ਨੇ, ਗੁਰੂ ਨਾਨਕ ਪਾਤਸ਼ਾਹ ਨੂੰ, ਕਿ ਤੁਸੀਂ ਸਾਨੂੰ ਕੋਈ ਕਰਾਮਾਤ ਕਿਉਂ ਨਹੀਂ ਦਿਖਾਈ, ਤਾਂ ਗੁਰੂ ਪਾਤਸ਼ਾਹ ਬੜਾ ਸਿੱਧਾ ਬੋਲਦੇ ਨੇ। ਉਹ ਕਹਿੰਦੇ ਨੇ, ਬਾਬਾ ਬੋਲੇ ਨਾਥ ਜੀ ਅਸ ਤਾਂ ਵੇਖਣ ਜੋਗ ਵਸਤ ਨਾ ਕਾਈ, ਗੁਰ ਸੰਗਤ ਬਾਣੀ ਬਿਨ ਦੂਜੀ ਓਟ ਨਹੀਂ ਹੈ ਰਾਈ। ਗੁਰੂ ਸੰਗਤ ਤੇ ਬਾਣੀ, ਹੁਣ ਸੰਗਤ ਬਾਣੀ ਤਾਂ ਸਮਝ ਆਉਂਦੀ ਹੈ, ਜਾਂ ਜੇ ਆਪਣੇ ਕੋਲ ਡਿਸਕਸ਼ਨ ਦਾ ਡਿਫਰੈਂਟ ਟੌਪਿਕ ਵੀ ਹੈ,
ਪਰ ਇਹਦੀ ਗੱਲ ਤਾਂ ਸਮਝ ਆਉਂਦੀ ਹੈ ਸੰਗਤ ਤੇ ਬਾਣੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮੇਰੀ ਗੁਰੂ ਸੰਗਤ ਤੇ ਬਾਣੀ ਤੋਂ ਬਿਨਾਂ ਕੋਈ ਓਟ ਹੀ ਨਹੀਂ ਆ, ਤੇ ਫਿਰ ਗੁਰੂ ਨਾਨਕ ਦਾ ਗੁਰੂ ਕਿਹੜਾ? ਹੁਣ ਇੱਥੇ ਆਉਂਦਾ ਦੂਸਰਾ ਕਨਫਿਊਜ਼ਨ ਜਿਹੜਾ ਅਕਸਰ ਕ੍ਰੀਏਟ ਕੀਤਾ ਜਾਂਦਾ ਕਿ ਦੇਖੋ ਜੀ ਗੁਰੂ ਨਾਨਕ ਦਾ ਵੀ ਤਾਂ ਗੁਰੂ ਸੀ, ਗੁਰੂ ਨਾਨਕ ਨੇ ਵੀ ਤਾਂ ਕਿਸੇ ਕੋਲੋਂ ਨਾਮ ਲਿਆ ਸੀ, ਗੁਰੂ ਨਾਨਕ ਵੀ ਤਾਂ ਆਪਣੇ ਗੁਰੂ ਕਿਸੇ ਨੂੰ ਮੰਨਦੇ ਸੀ। ਇਹ ਅਕਸਰ ਇਹ ਕਨਫਿਊਜ਼ਨ ਕ੍ਰੀਏਟ ਕੀਤੀ ਜਾਂਦੀ ਹੈ। ਮੇਰੇ ਤੱਕ ਬਹੁਤ ਸਾਰੇ ਐਸੇ ਬੱਚੇ ਵੀ ਆਏ ਆ ਜਿਨ੍ਹਾਂ ਨੂੰ ਇਸੇ ਚੱਕਰ ਦੇ ਵਿੱਚ ਪਾ ਕੇ ਅਤੇ ਉਹਨਾਂ ਦਾ ਬਹੁਤ ਬੁਰੀ ਤਰੀਕੇ ਨਾਲ ਸ਼ੋਸ਼ਣ ਵੀ ਕੀਤਾ ਗਿਆ ਕਿ ਵੇਖੋ ਜੀ ਗੁਰੂ ਨਾਨਕ ਦਾ ਵੀ ਗੁਰੂ ਸੀ, ਇਸ ਕਰਕੇ ਤੁਹਾਨੂੰ ਵੀ ਗੁਰੂ ਧਾਰਨਾ ਜ਼ਰੂਰੀ ਹੈ, ਤੁਹਾਨੂੰ ਗੁਰੂ ਧਾਰੋਗੇ ਤਾਂ ਫਿਰ ਤੁਹਾਨੂੰ ਗੁਰੂ ਦਾ ਹਰ ਹੁਕਮ ਮੰਨਣਾ ਜ਼ਰੂਰੀ ਹੈ, ਗੁਰੂ ਸਹੀ ਕਹਿੰਦਾ ਗੁਰੂ ਗਲਤ ਕਹਿੰਦਾ ਤੁਹਾਨੂੰ ਉਹ ਮੰਨਣਾ ਜ਼ਰੂਰੀ ਹੈ। ਔਰ ਇਹ ਮੇਰੇ ਕੋਲ ਪ੍ਰੈਕਟੀਕਲ ਐਗਜ਼ਾਮਪਲਸ ਹੈਗੀਆਂ ਇਹੋ ਜਿਹੇ ਕਈ ਬੱਚੀਆਂ ਜਿਹੜੀਆਂ ਉਹ ਮੈਂ ਉਹਨਾਂ ਨੂੰ ਇਸ ਟਰੋਮਾ 'ਚੋਂ ਹੈਲਪ ਕੀਤੀ ਆ ਬਾਹਰ ਕੱਢਣ ਨੂੰ, ਜਾਂ ਪਤਾ ਨਹੀਂ ਗੁਰੂ ਮਹਾਰਾਜ ਨੇ ਮੇਰੀ ਡਿਊਟੀ ਲਾਈ ਕਿ ਇਹਨਾਂ ਨੂੰ ਬਾਹਰ ਕੱਢੋ, ਅਤੇ ਉਹ ਨਿਕਲੀਆਂ ਬੱਚੀਆਂ। ਪਰ ਉਹ ਇਸੇ ਤਰੀਕੇ ਨਾਲ ਹੀ ਉਹ ਇਸੇ ਜਾਲ 'ਚ ਫਸ ਗਈਆਂ ਕਿਉਂਕਿ ਉਹਨਾਂ ਨੂੰ ਕਿਹਾ ਗਿਆ ਕਿ ਵੇਖੋ ਗੁਰੂ ਨਾਨਕ ਵੀ ਜਦੋਂ ਆਉਂਦੇ ਤਾਂ ਗੁਰੂ ਨਾਨਕ ਨੂੰ ਗੁਰੂ ਧਾਰਨਾ ਪੈਂਦਾ। ਔਰ ਇਹੋ ਜਿਹੀਆਂ ਜਿਹੜੀਆਂ ਵਿੱਚੋਂ ਕੁਛ ਤੁੱਕਾ ਕੱਢ ਕੇ ਕਿ ਜਿੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਬਹੁਤ ਜ਼ਰੂਰੀ ਆ, ਤਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਇੰਟਰਪ੍ਰੈਟ ਕਰ ਲਿਆ ਕਿ ਦੇਖੋ ਗੁਰੂ ਕਹਿ ਰਹੇ ਆ ਕਿ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ, ਹੈ ਨਾ। ਇਹ ਗੱਲਾਂ ਜਦੋਂ ਆਪਾਂ ਦੇਖਦੇ ਹਾਂ ਤਾਂ ਫਿਰ ਸਾਡੇ ਕੋਲ ਜ਼ਰੂਰੀ ਹੋ ਜਾਂਦਾ ਹੈ ਜਵਾਬ ਦੇਣੇ, ਅਤੇ ਫਿਰ ਗੁਰੂ ਨਾਨਕ ਨੂੰ ਪੁੱਛਣਾ ਪਊਗਾ ਕਿ ਗੁਰੂ ਮਹਾਰਾਜ ਤੁਸੀਂ ਕਹਿ ਤਾਂ ਰਹੇ ਹੋ ਕਿ ਗੁਰੂ ਤੋਂ ਬਿਨਾਂ ਤੁਹਾਡੀ ਕੋਈ ਓਟ ਨਹੀਂ, ਅਤੇ ਹੁਣ ਤੁਹਾਡਾ ਗੁਰੂ ਹੈ ਕੌਣ? ਤਾਂ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਰਾਜਮਾਨ ਹੋ ਕੇ ਸਾਨੂੰ ਦੱਸਦੇ ਨੇ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਅਤੇ ਗੁਰੂ ਪਾਤਸ਼ਾਹ ਅੱਗੋਂ ਜਵਾਬ ਦਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਜਿਹੜੀ ਤੁਕ ਹੈ ਨਾ, ਇਹਨੂੰ ਆਪਣੇ ਨਾਲ ਬਿਲਕੁਲ ਆਪਣੇ ਕਲਾਵੇ ਦੇ ਵਿੱਚ ਆਪਣੇ ਦਿਲ ਦੇ ਨਾਲ ਜੋੜ ਕੇ ਰੱਖ ਲਓ। ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਇਹ ਜਿਹੜੀ ਤੁਕ ਹੈ ਉਹ ਰੱਟਾ ਲਵਾ ਦਿਓ। ਉਹਨਾਂ ਨੂੰ ਬੇਸ਼ੱਕ ਇਹਨੂੰ ਕੋਈ ਤੋਤਾ ਰਟਨ ਕਹੇ, ਜੋ ਮਰਜ਼ੀ ਕਹੇ, ਆਪਣੇ ਬੱਚਿਆਂ ਨੂੰ ਆਪਣੀਆਂ ਬੱਚੀਆਂ ਨੂੰ ਉਹਨਾਂ ਨੂੰ ਇਹ ਜਿਹੜੀ ਤੁਕ ਹੈ ਨਾ ਉਹ ਇੱਕਦਮ ਉਹਨਾਂ ਦੇ ਰੂਹ ਦੇ ਅੰਦਰ ਉਤਾਰ ਦਿਓ ਤਾਂ ਕਿ ਉਹਨਾਂ ਨੂੰ ਕੋਈ ਇਸ ਗੱਲ ਦੇ ਉੱਤੇ ਵਰਗਲਾ ਨਾ ਸਕੇ। ਗੁਰੂ ਪਾਤਸ਼ਾਹ ਨੂੰ ਪੁੱਛਿਆ ਜਾਂਦਾ ਤੇਰਾ ਕਵਣ ਗੁਰੂ ਕਿਸ ਕਾ ਤੂੰ ਚੇਲਾ, ਤੇ ਉਹ ਅੱਗੋਂ ਜਵਾਬ ਦਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਬੜੀ ਇੰਪੋਰਟੈਂਟ ਲਾਈਨ ਆ। ਹੁਣ ਕੁਐਸਚਨ ਇਹ ਆਉਂਦਾ ਆ ਕਿ ਗੁਰੂ ਨਾਨਕ ਕਹਿੰਦੇ ਨੇ ਕਿ ਸ਼ਬਦ ਗੁਰੂ ਹੈ ਅਤੇ ਸੁਰਤ ਧੁਨ ਚੇਲਾ ਹੈ ਨਾ, ਮੇਰਾ ਗੁਰੂ ਸ਼ਬਦ ਹੈ ਅਤੇ ਸੁਰਤ ਧੁਨ ਜਿਹੜੀ ਆ ਉਹ ਚੇਲਾ ਮੇਰੀ। ਹੁਣ ਇੱਥੇ ਅਗਲਾ ਸਵਾਲ ਆਉਂਦਾ ਕਿ ਸ਼ਬਦ ਗੁਰੂ ਕੀ ਹੈ। ਦੇਖੋ ਇਹ ਆਪਣੇ ਆਪ 'ਤੇ ਬਹੁਤ ਵੱਡਾ ਇੱਕ ਡਿਸਕਸ਼ਨ ਦਾ ਇੱਕ ਟੌਪਿਕ ਆ, ਔਰ ਮੈਨੂੰ ਨਹੀਂ ਲੱਗਦਾ ਕਿ ਇੱਕ ਬੁੱਧੀ ਮੇਰੇ ਵਾਂਗੂ ਕੋਈ ਇੱਕ ਬੁੱਧੀ ਜਿਹੜੀ ਕਿ ਸ਼ਾਇਦ ਪੂਰੀ ਤਰ੍ਹਾਂ ਨਾਲ ਹਜੇ ਪਰਮਾਤਮਾ ਦੇ ਰੰਗ 'ਚ ਵੀ ਨਾ ਰੰਗੀ ਗਈ ਹੋਵੇ, ਉਹ ਇਹਦਾ ਜਵਾਬ ਦੇ ਸਕਦੀ ਹੈ। ਜਿੰਨਾ ਕੁ ਮੇਰੀ ਮੱਤ ਕੰਮ ਕਰੂਗੀ ਉਸ ਹਿਸਾਬ ਨਾਲ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗੀ। ਜਿੰਨਾ ਗੁਰੂ ਪਾਤਸ਼ਾਹ ਮੇਰੀ ਡਿਊਟੀ ਲਾਉਣਗੇ ਮੈਂ ਉਹਨਾਂ ਕੁ, ਜਿੰਨਾ ਕੋ ਬੁਲਵਾਉਣਗੇ ਮੈਂ ਬੋਲਣ ਦੀ ਕੋਸ਼ਿਸ਼ ਕਰੂੰਗੀ। ਪਰ ਜਿੱਥੇ ਵੀ ਕਿਤੇ ਤੁਹਾਨੂੰ ਲੱਗੇ ਕਿ ਮੈਂ ਕੋਈ ਗੱਲ ਛੱਡ ਗਈ ਹਾਂ ਤਾਂ ਤੁਸੀਂ ਮੈਨੂੰ ਜ਼ਰੂਰ ਈਮੇਲ ਕਰਕੇ ਬੋਲਿਓ, ਦੱਸਿਓ, ਮੈਂ ਉਹਨੂੰ ਵੀ ਆਪਾਂ ਇਨਕਲੂਡ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਜੇ ਸਾਨੂੰ ਕਿਤੇ ਵੀ ਇਹ ਲੱਗਦਾ ਆ ਕਿ ਤੁਹਾਡੇ 'ਚੋਂ ਤੁਸੀਂ ਜ਼ਿਆਦਾ ਬੈਟਰ ਜਾਂ ਕੋਈ ਆ ਕੇ ਇੱਥੇ ਜ਼ਿਆਦਾ ਬੈਟਰ ਦੱਸ ਸਕਦਾ ਤਾਂ ਆਪਾਂ ਉਹਨਾਂ ਨੂੰ ਬੁਲਾ ਲਾਂਗੇ, ਕਿਉਂਕਿ ਸ਼ਬਦ ਗੁਰੂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਸ਼ਬਦ ਗੁਰੂ ਕੀ ਆ? ਹੁਣ ਜਿਨ੍ਹਾਂ ਨੇ ਮੇਰਾ ਇਹ ਸਾਰੇ ਪ੍ਰੋਗਰਾਮ ਸ਼ੁਰੂ ਤੋਂ ਦੇਖਿਆ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਆਪਾਂ ਇੱਕ ਓਂਕਾਰ ਤੋਂ ਸ਼ੁਰੂ ਕੀਤਾ ਹੈ ਨਾ। ਮੈਂ ਏਕੇ ਦੀ ਗੱਲ ਕੀਤੀ ਸੀ। ਹੁਣ ਇੱਥੋਂ ਏਕੇ ਦੀ ਹੀ ਗੱਲ ਸਮਝਿਓ। ਏਕਾ ਜੋ ਸਥਾਪਤ ਸੀ ਹੈ ਨਾ, ਜੋ ਪਹਿਲੇ ਦਿਨ ਤੋਂ ਸਥਾਪਤ ਹੈ। ਆਪਾਂ ਇਹੀ ਗੱਲ ਕੀਤੀ ਸੀਗੀ ਕਿ ਏਕਾ ਜੋ ਸਥਾਪਤ ਹੈ ਔਰ ਉਸ ਦੇ ਵਿੱਚੋਂ ਬਹੁਤ ਸਾਰੀਆਂ ਧੁਨਾਂ ਨਿਕਲ ਰਹੀਆਂ। ਜਿੰਨੀਆਂ ਧੁਨਾਂ ਹੈ ਉਨੇ ਬ੍ਰਹਿਮੰਡ ਨੇ, ਔਰ ਉਹ ਫਿਰ 2 ਟ੍ਰਿਲੀਅਨ ਗਲੈਕਸੀਜ਼ ਦੀ ਜਿਹੜੀ ਆਪਾਂ ਗੱਲ ਕੀਤੀ ਸੀ। ਜਿੰਨੇ ਵੀ ਉਸ ਏਕੇ ਦੀ ਧੁਨ ਦੇ ਵਿੱਚੋਂ ਜਿੰਨੀਆਂ ਵੀ ਧੁਨਾਂ ਨਿਕਲ ਰਹੀਆਂ ਉਹ ਉਨੀਆਂ ਹੀ ਗਲੈਕਸੀਜ਼ ਨੂੰ ਸੰਭਾਲ ਕੇ ਬੈਠੀਆਂ। ਉਸ ਕਾਸਮਿਕ ਜਿਹੜਾ ਆਰਡਰ ਹੈ, ਜੋ ਉਸ ਬ੍ਰਹਿਮੰਡ ਦਾ ਆਰਡਰ ਹੈ, ਉਸ ਨੂੰ ਉਹ ਸੰਭਾਲ ਕੇ ਬੈਠੀਆਂ ਹੋਈਆਂ। ਹੁਣ ਇਸ ਏਕੇ ਦੀ ਧੁਨ ਦੇ ਵਿੱਚੋਂ ਜਿੰਨੀਆਂ ਵੀ ਗਲੈਕਸੀਜ਼ ਨੂੰ, ਹਰ ਇੱਕ ਜਿਹੜੀ ਧੁਨ ਹੈ ਉਹ ਇੱਕ ਗਲੈਕਸੀ ਨੂੰ ਸੰਭਾਲ ਕੇ ਉਸ ਦੀ ਆਰਡਰ ਨੂੰ ਸੰਭਾਲ ਕੇ ਬੈਠੀ ਆ। ਤਾਂ ਇਹਨੂੰ ਜ਼ਰਾ ਸਮਝਿਓ ਜੇ ਕਿ ਉਹ ਜਿਹੜੀਆਂ ਧੁਨਾਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹਨਾਂ ਦਾ ਗੁਰੂ ਕਿਹੜਾ? ਏਕਾ। ਉਹ ਏਕਾ ਜੋ ਸਥਾਪਤ ਹੈ। ਹੁਣ ਗੁਰੂ ਮਹਾਰਾਜ ਬੜਾ ਸਾਨੂੰ ਕਲੀਅਰ ਦੱਸਦੇ ਆ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਠੀਕ ਹੈ ਜੀ, ਜੋ ਬ੍ਰਹਿਮੰਡ ਵਿੱਚ ਹੈ ਉਹੀ ਤੁਹਾਡੇ ਅੰਦਰ ਹੈ। ਹੁਣ ਇਹਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜੇ ਇੱਕ ਧੁਨ ਦੇ ਵਿੱਚੋਂ ਨਿਕਲ ਰਹੀਆਂ ਬਾਕੀ ਧੁਨਾਂ ਜਿਹੜੀਆਂ ਨੇ ਉਹ ਸਾਰੀਆਂ ਕਾਸਮਿਕ ਆਰਡਰ ਨੂੰ ਸੰਭਾਲ ਕੇ ਬੈਠੀਆਂ ਹੈ ਅਤੇ ਤੁਹਾਡੇ ਅੰਦਰ ਵੀ ਇੱਕ ਧੁਨ ਚੱਲ ਰਹੀ ਹੈ। ਹੁਣ ਆਹ ਜਿਹੜਾ ਏਕਾ ਹੈ ਉਹੀ ਸ਼ਬਦ ਹੈ।
ਉਹੀ ਨਾਦ ਹੈ ਜਿਹਨੂੰ ਅਨਹਦ ਨਾਦ ਵੀ ਬੋਲਦੇ ਹਾਂ, ਔਰ ਉਹੀ ਅਨਹਦ ਨਾਦ ਤੁਹਾਡੇ ਅੰਦਰ ਵੀ ਪਿਆ ਹੈ ਨਾ। ਔਰ ਇਹ ਮੈਂ ਤੁਹਾਡੇ ਨਾਲ ਬੜੀ ਐਕਸਪਲੇਨੇਸ਼ਨ ਦੇ ਕੇ ਆਪਾਂ ਇਹ ਗੱਲ ਕੀਤੀ ਸੀਗੀ ਕਿ ਜੇ ਤੁਸੀਂ ਆਪਣੀ ਸਾਹ ਦੇ ਉੱਤੇ ਦੇਖੋ ਨਾ, ਸਾਹ ਦੇ ਉੱਤੇ ਕੰਸਨਟਰੇਟ ਕਰੋ, ਤੁਹਾਨੂੰ ਸਮਝ ਆਊਗਾ ਕਿ ਤੁਹਾਡੇ ਅੰਦਰ ਇੱਕ ਨਾਦ ਚੱਲ ਰਿਹਾ ਹੈ, ਤੁਹਾਡੇ ਅੰਦਰ ਇੱਕ ਧੁਨ ਵੱਜ ਰਹੀ ਹੈ, ਸਾਹ ਦੀ ਧੁਨ। ਉਹ ਸਾਹ ਦੀ ਧੁਨ ਤੁਹਾਡੀ ਪੂਰੀ ਬਾਡੀ ਨੂੰ ਬਕਾਇਦਾ ਗਵਰਨ ਕਰ ਰਹੀ ਆ। ਜੇ ਉਹ ਸਾਹ ਦੀ ਧੁਨ ਰੁਕ ਜਾਏ ਤਾਂ ਕੀ ਹੋਊਗਾ? ਆਤਮਾ ਵੀ ਉੱਥੇ, ਸਾਰਾ ਕੁਝ ਉੱਥੇ ਆ, ਪਰ ਤੁਸੀਂ ਨਹੀਂ ਹੋਵੋਗੇ, ਹੈ ਨਾ। ਸਰੀਰ ਮਿੱਟੀ ਹੋ ਜਾਊਗਾ ਜੇ ਉਹ ਜਿਹੜੀ ਸਾਹ ਦੀ ਧੁਨ ਆ ਰੁਕ ਜੇ। ਤਾਂ ਬੇਸਿਕਲੀ ਇਹ ਜਿਹੜੀ ਸਾਹ ਦੀ ਧੁਨ ਹੈ ਉਹ ਤੁਹਾਡੇ ਬ੍ਰਹਿਮੰਡ, ਤੁਹਾਡੇ ਅੰਦਰ ਦੇ ਬ੍ਰਹਿਮੰਡ ਨੂੰ ਚਲਾ ਰਹੀ ਹੈ। ਹੁਣ ਜਿਹੜਾ ਫਲਸਫਾ ਹੈ ਨਾ ਉਹ ਇਹ ਹੈ ਕਿ ਤੁਸੀਂ ਜਦੋਂ ਤੁਸੀਂ ਇਹਦੇ ਆਪਣੇ ਅੰਦਰ ਉਤਰੋਗੇ, ਦੇਖੋ ਬਾਹਰੋਂ ਕੁਛ ਨਹੀਂ ਮਿਲਣਾ, ਜੋ ਆਪਾਂ ਅੰਦਰ ਉਤਰਾਂਗੇ, ਅੰਦਰ ਉਤਰੋਗੇ ਤਾਂ ਤੁਹਾਨੂੰ ਸਮਝ ਲੱਗੂਗੀ ਕਿ ਜਿਹੜੀ ਇੱਕ ਜਿਹੜੀ ਧੁਨ ਹੈ ਉਹ ਤੁਹਾਡੇ ਉਸ ਬ੍ਰਹਿਮੰਡ ਦੀ ਧੁਨ ਦੇ ਨਾਲ ਮਿਲਦੀ ਜਾਊਗੀ। ਔਰ ਜਦੋਂ ਇਹ ਗੱਲ ਬਣ ਗਈ ਉਸ ਦਿਨ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਜਿਹੜੀ ਹੈ ਉਹ ਸ਼ੁਰੂ ਹੋ ਜਾਊਗੀ, ਜਿਸ ਨੂੰ ਭਾਈ ਮਸਕੀਨ ਜੀ ਕਹਿੰਦੇ ਹੁੰਦੇ ਸੀਗੇ ਖੇਡ ਬਣ ਗਈ। ਉਸ ਦਿਨ ਉਹ ਖੇਡ ਬਣ ਜਾਊਗੀ, ਹੈ ਨਾ। ਉਸ ਦਿਨ ਉਹ ਖੇਡ ਬਣ ਜਾਊਗੀ ਜਿਸ ਦਿਨ ਇਹ ਜਿਹੜੀ ਤੁਹਾਡੇ ਅੰਦਰ ਦੇ ਬ੍ਰਹਿਮੰਡ ਦੀ ਧੁਨ ਜਿਹੜੀ ਹੈ ਉਹ ਤੁਹਾਡੀ ਸੁਰਤ ਉਹਦੇ ਉੱਤੇ ਟਿਕ ਗਈ ਔਰ ਉਸ ਨੇ ਉਸ ਧੁਨ ਦੇ ਉੱਤੇ ਮਾਸਟਰੀ ਪਾ ਲਈ, ਤਾਂ ਉਸ ਟਾਈਮ ਦੇ ਉੱਤੇ ਉਹ ਉਸ ਸ਼ਬਦ ਗੁਰੂ ਦੇ ਨਾਲ ਮਿਲ ਜੂਗੀ। ਹੁਣ ਇਹ ਜਿਹੜੀ ਚੀਜ਼ ਹੈ ਨਾ, ਇਹਨੂੰ ਇੱਕ ਗੱਲ ਹੋਰ ਸਮਝ ਲਿਓ ਜੇ ਕਿ ਇਹ ਹੈ ਪ੍ਰੈਕਟੀਕਲ। ਇਹਨੂੰ ਥਿਓਰੈਟੀਕਲੀ ਸਮਝਾਉਣਾ ਬਹੁਤ ਔਖਾ ਆ। ਮੈਂ ਤੁਹਾਨੂੰ ਲੱਖ ਸਮਝਾਈ ਜਾਵਾਂ ਜਾਂ ਕਹੀ ਜਾਵਾਂ ਜਾਂ ਕੋਈ ਹੋਰ ਮੈਨੂੰ ਕਹੀ ਜਾਏ ਕਿ ਦੇਖੋ ਜੀ ਗੁੜ ਅਤੇ ਜਿਹੜੀ ਸ਼ੱਕਰ ਹੈ ਉਹ ਵੱਖਰੇ ਵੱਖਰੇ ਹੁੰਦੇ ਆ, ਗੁੜ ਅਤੇ ਖੰਡ, ਚੀਨੀ ਇਹ ਅਲੱਗ-ਅਲੱਗ ਹੁੰਦੇ ਆ, ਮਿੱਠਾ ਦੋਵੇਂ ਮਿੱਠੇ ਆ ਪਰ ਹੈ ਅਲੱਗ-ਅਲੱਗ, ਦੋਵਾਂ ਦਾ ਸਵਾਦ ਅਲੱਗ-ਅਲੱਗ ਹੈ। ਤਾਂ ਮੈਨੂੰ ਸਮਝ ਨਹੀਂ ਆਉਣੀ ਕਿਉਂਕਿ ਦੋਵਾਂ ਦੇ ਜਦੋਂ ਸਵਾਦ ਤੁਸੀਂ ਥਿਓਰੈਟੀਕਲੀ ਲਿਖ ਕੇ ਦੱਸੋਗੇ ਤਾਂ ਆਪਾਂ ਇਹ ਲਿਖ ਕੇ ਦੱਸਾਂਗੇ ਵੀ ਖੰਡ ਇਹ ਵੀ ਮਿੱਠਾ ਹੈ ਤੇ ਉਹ ਵੀ ਮਿੱਠਾ। ਤੁਹਾਨੂੰ ਇਹਨਾਂ ਦਾ ਡਿਫਰੈਂਸ ਦੇਖਣ ਲਈ ਪ੍ਰੈਕਟੀਕਲ ਕਰਨਾ ਪਊਗਾ, ਔਰ ਪ੍ਰੈਕਟੀਕਲ ਤੁਸੀਂ ਆਪ ਕਰ ਸਕਦੇ ਹੋ, ਤੁਹਾਡੀ ਆਪਣੀ ਜਰਨੀ ਹੈ, ਉਹਦੇ ਵਿੱਚ ਥਿਓਰੈਟੀਕਲ ਚੀਜ਼ਾਂ ਦੀ ਕੋਈ ਮੈਨੂੰ ਲੱਗਦਾ ਗੁੰਜਾਇਸ਼ ਨਹੀਂ ਬਚਦੀ ਹੁੰਦੀ। ਔਰ ਨਾ ਇਹ ਚੀਜ਼ਾਂ ਜਿਹੜੀਆਂ ਉਹ ਥਿਓਰੈਟੀਕਲੀ ਸਮਝਾਈਆਂ ਹੀ ਜਾ ਸਕਦੀਆਂ, ਬੋਲੀਆਂ ਹੀ ਜਾ ਸਕਦੀਆਂ, ਕਿਉਂਕਿ ਜਿੱਥੇ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਉੱਥੇ ਬੋਲ ਖਤਮ ਹੋ ਜਾਂਦੇ ਆ। ਮੈਨੂੰ ਕਿਸੇ ਨੇ ਇਹ ਪੁੱਛਿਆ ਕਿ ਤੁਸੀਂ ਕਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਏਕੇ ਦੀ, ਕਦੀ ਇਹ ਫੀਲ ਕੀਤਾ ਹੈ, ਕਦੀ ਤੁਸੀਂ ਦੇਖਿਆ ਹੈ? ਖੈਰ ਚਲੋ ਮੈਂ ਇਹ ਕਹਿਣਾ ਤਾਂ ਲਾਜ਼ਮੀ ਨਹੀਂ ਸਮਝਦੀ ਕਿ ਮੈਂ ਦੇਖਿਆ ਕਿ ਨਹੀਂ ਦੇਖਿਆ, ਕਿਉਂਕਿ ਇਹ ਮੇਰੀ ਆਪਣੀ ਜਰਨੀ ਹੈ, ਤੁਹਾਡੀ ਆਪਣੀ ਜਰਨੀ ਹੈ। ਪਰ ਇਹ ਗੱਲ ਜ਼ਰੂਰ ਮੈਂ ਕਹਿੰਦੀ ਹਾਂ, ਜਦ ਤੱਕ ਤੁਸੀਂ ਇਸ ਨੂੰ ਪ੍ਰੈਕਟੀਕਲੀ ਨਹੀਂ ਸਮਝਦੇ ਆਪਾਂ ਇਸੇ ਚੱਕਰ ਦੇ ਵਿੱਚ ਗੋਲ ਕੱਟੀ ਜਾਵਾਂਗੇ। ਸੋ ਪਹਿਲੀ ਜਿਹੜਾ ਫਸਟ ਐਕਸਪੈਰੀਮੈਂਟ ਕਰਨਾ ਸ਼ੁਰੂ ਕਰੋ, ਇਹਨੂੰ ਐਕਸਪੈਰੀਮੈਂਟਲ ਲੈਵਲ ਦੇ ਉੱਤੇ, ਕਿ ਅੱਖਾਂ ਬੰਦ ਕਰਕੇ ਚਾਹੇ 10 ਮਿੰਟ ਹੀ ਆਪਣੇ ਪੂਰੇ ਦਿਨ ਦੇ ਵਿੱਚੋਂ ਕੱਢਿਆ ਕਰੋ, ਦੇਖਿਆ ਕਰੋ ਆਪਣੇ ਸਾਹ ਦੇ ਉੱਤੇ ਕੰਸਨਟਰੇਟ, ਅੱਖਾਂ ਬੰਦ ਕਰ ਲਿਆ ਕਰੋ, ਸਾਹ ਦੇ ਉੱਪਰ ਕੰਸਨਟਰੇਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਦੇਖੋ ਤਾਂ ਸਹੀ ਕਿ ਤੁਹਾਨੂੰ ਕੁਛ ਲੱਗਦਾ ਆ। ਤੁਸੀਂ ਦੇਖਦੇ ਆ ਔਰ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਅੰਦਰੋਂ ਚੀਜ਼ਾਂ ਖੇਡਣੀਆਂ ਸ਼ੁਰੂ ਹੋ ਜਾਣਗੀਆਂ ਜੇ ਆਪਾਂ ਇਹ ਠੀਕ ਕਰ ਗਏ। ਤੇ ਹੁਣ ਉਹ ਜਿਹੜਾ ਇੱਕ ਹੈ ਉਹੀ ਸ਼ਬਦ ਰੂਪ ਹੈ ਜੋ ਏਕਾ ਹੈ, ਇੱਕ ਓਂਕਾਰ ਦਾ ਏਕਾ ਜੋ ਹੈ ਉਹੀ ਸ਼ਬਦ ਰੂਪ ਹੈ, ਔਰ ਤੁਹਾਡੀ ਸੁਰਤ ਜਿਹੜੀ ਹੈ ਉਹਨੇ ਧੁਨ ਦੇ ਰੂਪ ਦੇ ਵਿੱਚ ਉਹਦਾ ਹੀ ਚੇਲਾ ਹੋਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੂਰਤ ਪੂਰਨ ਬ੍ਰਹਮ ਅਬਗਤ ਅਬਨਾਸੀ। ਗੁਰਮੂਰਤ, ਗੁਰੂ ਦੀ ਜਿਹੜੀ ਮੂਰਤ ਹੈ ਉਹ ਪੂਰਨ ਬ੍ਰਹਮ ਹੈ, ਉਹ ਅਬਗਤ ਹੈ ਤੇ ਅਬਨਾਸੀ ਹੈ, ਯਾਨੀ ਕਿ ਅਨਮੈਨੀਫੈਸਟਡ ਐਂਡ ਇਨਡਿਸਟਰਕਟੇਬਲ ਹੈ। ਪਾਰ ਬ੍ਰਹਮ ਗੁਰ ਸ਼ਬਦ ਹੈ ਸਤਸੰਗ ਨਿਵਾਸੀ। ਪਰ ਉਹ ਕਹਿੰਦੇ ਨੇ ਗੁਰਮੂਰਤ, ਗੁਰੂ ਦੀ ਮੂਰਤ ਜਿਹੜੀ ਹੈ ਉਹ ਪੂਰਨ ਬ੍ਰਹਮ ਹੈ, ਉਹ ਅਬਗਤ ਵੀ ਹੈ ਔਰ ਅਬਨਾਸੀ ਵੀ ਹੈ, ਪਰ ਜਿਹੜਾ ਪਾਰ ਬ੍ਰਹਮ ਹੈ ਉਹ ਗੁਰ ਸ਼ਬਦ ਹੈ। ਇਹ ਗੱਲ ਬੜੀ ਸਮਝਣ ਵਾਲੀ ਹੈ। ਪਾਰ ਬ੍ਰਹਮ ਦੀ ਮੂਰਤ ਤਾਂ ਠੀਕ ਆ, ਗੁਰੂ ਦੀ ਮੂਰਤ ਹੈ, ਪਰ ਪਾਰ ਬ੍ਰਹਮ ਜੋ ਹੈ ਉਹ ਗੁਰੂ ਸ਼ਬਦ ਹੈ ਔਰ ਉਹ ਸਤਸੰਗ ਨਿਵਾਸੀ ਹੈ। ਹੁਣ ਇਹਦੇ ਵਿੱਚ ਹੀ ਜਦੋਂ ਆਪਾਂ ਅੱਗੇ ਦੇਖਦੇ ਹਾਂ ਤੇ ਭਾਈ ਗੁਰਦਾਸ ਜੀ ਥੋੜ੍ਹਾ ਹੋਰ ਕਲੀਅਰ ਕਰ ਦਿੰਦੇ ਨੇ। ਉਹ ਕਹਿੰਦੇ ਨੇ, ਸ਼ਬਦ ਗੁਰੂ ਗੁਰ ਜਾਣੀਏ, ਗੁਰਮੁਖ ਹੋਏ ਸੁਰਤ ਧੁਨ ਚੇਲਾ। ਸ਼ਬਦ ਗੁਰੂ ਨੂੰ ਗੁਰੂ ਜਾਣੋ ਤੇ ਜੇ ਗੁਰਮੁਖ ਹੋ ਤੇ ਸੁਰਤ ਧੁਨ ਨੂੰ ਉਹਦਾ ਚੇਲਾ ਬਣਾਓ। ਹੁਣ ਇੱਥੇ ਗੱਲ ਕੀ ਆ? ਬੇਸਿਕਲੀ ਇੱਥੇ ਗੱਲ ਕੀ ਆ ਕਿ ਤੁਹਾਡਾ ਗੁਰੂ ਕੌਣ ਹੈ? ਸ਼ਬਦ ਗੁਰੂ। ਤੇ ਚੇਲਾ ਕੌਣ ਹੈ? ਸੁਰਤ ਧੁਨ। ਦੋਵਾਂ ਦੇ ਵਿੱਚ ਹੀ ਬਾਡੀ ਕੰਮ ਨਹੀਂ ਕਰ ਰਹੀ। ਇਹ ਇੱਥੇ ਸਮਝਣ ਵਾਲੀ ਗੱਲ ਹੈ ਕਿ ਦੋਨਾਂ ਵਿੱਚ ਹੀ ਬਾਡੀ ਨਹੀਂ ਹੈ, ਸਰੀਰ ਨਹੀਂ ਹੈ। ਸਰੀਰ ਦੀ ਗੱਲ ਖਤਮ ਹੋ ਜਾਂਦੀ ਹੈ। ਜੇ ਸ਼ਬਦ ਗੁਰੂ ਹੈ ਤਾਂ ਬਾਡੀ ਸਿੱਖ ਵੀ ਨਹੀਂ ਹੋ ਸਕਦੀ। ਜਿਹੜੀ ਆ ਸਰੀਰ ਦੀ ਤੁਹਾਡੀ ਇੱਕ ਕਲਪਨਾ ਹੈ ਜਾਂ ਜਿਹੜੀ ਤੁਹਾਡੀ ਕੌਨਸ਼ੀਅਸਨੈਸ ਇਸ ਸਰੀਰ ਨਾਲ ਲੱਗੀ ਆ, ਉਹ ਫਿਰ ਸਿੱਖ ਵੀ ਨਹੀਂ ਹੋ ਸਕਦੀ। ਸ਼ਬਦ ਨੇ ਹੀ ਗੁਰੂ ਹੋਣਾ ਤੇ ਤੁਹਾਡੀ ਸੁਰਤ ਜਿਹੜੀ ਹੈ ਉਹਨੇ ਹੀ ਚੇਲਾ ਹੋਣਾ। ਸਰੀਰ ਜਿਹੜੀ ਹੈ ਉਹ ਸਿਰਫ ਇੱਕ ਤੁਹਾਡਾ ਰਹਿਣ ਬਸੇਰਾ ਹੈ ਜਿੱਥੇ ਤੁਸੀਂ ਆਪਣਾ ਟਾਈਮ ਕੱਟੀ ਕਰ ਰਹੇ ਹੋ। ਇਹਦਾ ਤੁਹਾਡੇ
ਤੁਹਾਡੀ ਕੌਨਸ਼ੀਅਸਨੈਸ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ। ਇੱਥੇ ਆ ਕੇ ਗੱਲ ਜੁੜਦੀ ਆ। ਹੁਣ ਜਦੋਂ ਤੁਸੀਂ ਇਸ ਲੈਵਲ 'ਤੇ ਪਹੁੰਚ ਜਾਂਦੇ ਆ, ਜਦੋਂ ਤੁਸੀਂ ਆਪਣਾ ਗੁਰੂ ਸ਼ਬਦ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਆ, ਸੁਰਤ ਨੂੰ ਚੇਲਾ ਬਣਾ ਲੈਂਦੇ ਆ, ਉੱਥੇ ਜਾ ਕੇ ਤੁਹਾਡੀ ਸਿੱਖੀ ਜਿਹੜੀ ਆ ਉਹ ਫਿਰ ਖਿਲਣੀ ਸ਼ੁਰੂ ਹੋ ਜਾਂਦੀ ਆ। ਹੁਣ ਇੱਥੇ ਜਿਹੜੀ ਹੈ ਨਾ ਇੱਕ ਗੱਲ ਹੋਰ ਕਲੀਅਰ ਮੈਂ ਕਰਦੀ ਚੱਲਾਂ, ਇਹ ਬਿਲਕੁਲ ਉਵੇਂ ਹੀ ਆ ਕਿ ਜਿੱਦਾਂ ਫੁੱਲ ਹੈ, ਅਤੇ ਫੁੱਲ ਜਦੋਂ ਖਿਲਦਾ ਹੈ ਨਾ ਤਾਂ ਉਹਦੇ ਵਿੱਚ ਜਿਹੜੀ ਸੁਗੰਧੀ ਆ ਉਹ ਆਪਣੇ ਆਪ ਆ ਜਾਂਦੀ ਹੈ ਨਾ। ਜਦੋਂ ਇਸ ਫੁੱਲ ਦੇ ਵਿੱਚ ਸੁਗੰਧੀ ਪੈਣੀ ਸ਼ੁਰੂ ਹੁੰਦੀ ਆ ਤਾਂ ਉਹ ਖਿਲਣਾ ਸ਼ੁਰੂ ਹੁੰਦਾ। ਜਦੋਂ ਸੁਗੰਧੀ ਪੈ ਜਾਂਦੀ ਹੈ ਤਾਂ ਫੁੱਲ ਆਪਣੇ ਆਪ ਖਿਲ ਜਾਂਦਾ। ਹੁਣ ਫੁੱਲ ਦੀ ਜਿਹੜੀ ਬਾਹਰੀ ਦਿੱਖ ਹੈ, ਬੇਸ਼ੱਕ ਉਹਦਾ ਸੁਗੰਧੀ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਸੁਗੰਧੀ ਤਾਂ ਫੁੱਲ ਦੇ ਵਿੱਚ ਹੈਗੀ ਆ, ਪਰ ਉਹ ਸੁਗੰਧੀ ਜਦੋਂ ਖਿਲ ਗਈ ਤਾਂ ਫੁੱਲ ਖਿਲਣਾ ਹੀ ਖਿਲਣਾ। ਤਾਂ ਸੁਗੰਧੀ ਨੂੰ ਫੁੱਲ ਦੇ ਨਾਲੋਂ ਤੁਸੀਂ ਦੋ ਅਲੱਗ-ਅਲੱਗ ਕਰਕੇ ਵੀ ਨਹੀਂ ਦੇਖ ਸਕਦੇ। ਜਿਸ ਦਿਨ ਤੁਹਾਡੇ ਅੰਦਰ ਇਹ ਗੱਲ ਉੱਤਰ ਆਈ ਕਿ ਤੁਹਾਡਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ ਅਤੇ ਸੁਰਤ ਜਿਹੜੀ ਆ ਉਹ ਤੁਹਾਡਾ ਚੇਲਾ ਹੈ, ਤੁਹਾਡੀ ਬੋਡੀ ਦਾ ਕੋਈ ਲੈਣਾ ਦੇਣਾ ਨਹੀਂ, ਉਸ ਦਿਨ ਸਿੱਖੀ ਖਿਲ ਉੱਠੂਗੀ ਤੁਹਾਡੇ ਅੰਦਰ। ਅਤੇ ਮੇਰੀ ਗੱਲ ਦਾ ਇਹ ਮੇਰਾ ਪ੍ਰੈਕਟੀਕਲ ਤਜਰਬਾ ਜੇ, ਇਹਨੂੰ ਯਕੀਨ ਮੰਨਿਆ ਜੇ ਕਿ ਜਦੋਂ ਇਹ ਗੱਲ ਬਣ ਜਾਂਦੀ ਹੈ ਨਾ, ਜਦੋਂ ਤੁਹਾਡੇ ਅੰਦਰ ਸਿੱਖੀ ਦਾ ਜਿਹੜਾ ਫੁੱਲ ਆ ਉਹ ਖਿਲ ਜਾਂਦਾ, ਫਿਰ ਤੁਹਾਡਾ ਬਾਹਰੀ ਭੇਸ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਂਦਾ। ਉਹ ਕਿਉਂ ਇਹਦਾ ਜਵਾਬ ਵੀ ਸਾਨੂੰ ਫਿਰ ਗੁਰਬਾਣੀ ਦੱਸਦੀ ਹੈ। ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਵਿਵੇਕ ਮਤਲਬ ਗਿਆਨ, ਹੈ ਨਾ। ਹੁਣ ਇੱਥੇ ਫਿਰ ਆਊਗੀ ਗੱਲ ਟਰਾਂਸਲੇਸ਼ਨ ਦੀ, ਕਿ ਜਦੋਂ ਤੁਸੀਂ ਟਰਾਂਸਲੇਸ਼ਨ ਕਰਕੇ ਦੇਖੋਗੇ ਨਾ ਤਾਂ ਗਿਆਨ ਬਣ ਜੂਗਾ ਨੌਲੇਜ। ਅਤੇ ਨੌਲੇਜ ਤਾਂ ਫਿਰ ਇਹ ਵੀ ਨੌਲੇਜ ਹੀ ਆ ਕਿ ਤੁਹਾਡੇ ਪਾਰਲੀਮੈਂਟ 'ਚ ਕਿੰਨੇ ਮੈਂਬਰ ਆ, ਇਹ ਵੀ ਇੱਕ ਨੌਲੇਜ ਆ, ਪਰ ਇਹ ਗਿਆਨ ਜਿਹੜਾ ਉਸ ਨੌਲੇਜ ਦੀ ਗੱਲ ਨਹੀਂ ਕਰ ਰਿਹਾ। ਗਿਆਨ ਕਿਹੜਾ? ਜਿਹੜਾ ਗਿਆਨ ਤੁਹਾਨੂੰ ਟਰਾਂਸਫਾਰਮ ਕਰ ਸਕਦਾ ਹੋਵੇ, ਜਿਹਦੇ 'ਚ ਇੰਨੀ ਪਾਵਰ ਹੋਵੇ ਕਿ ਤੁਹਾਨੂੰ ਟਰਾਂਸਫਾਰਮ ਕਰ ਸਕੇ। ਟਰਾਂਸਫਾਰਮ ਕਿੱਦਾਂ? ਤੁਹਾਡੀ ਈਗੋ ਨੂੰ ਮਾਰ ਕੇ, ਤੁਹਾਡੀ ਮੈਂ ਨੂੰ ਮਾਰ ਕੇ। ਜਿੱਥੇ ਸਾਡੀ ਮੈਂ ਮਰ ਗਈ ਉੱਥੇ ਸਾਡੇ ਅੰਦਰ ਜਿਹੜੀਆਂ ਸਾਡੇ ਵਿਕਾਰ ਨੇ ਨਾ ਉਹ ਟੁੱਟਣੇ ਸ਼ੁਰੂ ਹੋ ਜਾਣੇ ਨੇ। ਕਿਉਂਕਿ ਤੁਸੀਂ ਧਿਆਨ ਦਿਓ ਜੇ, ਬਹੁਤੇ ਵਿਕਾਰ ਸਾਡੇ ਅੰਦਰ ਇਸ ਮੈਂ ਕਰਕੇ ਹੀ ਹੈ, ਇਸ ਈਗੋ ਕਰਕੇ ਹੀ ਹੈ ਨਾ, ਕਿ ਮੈਂ ਸਭ ਤੋਂ ਸੋਹਣਾ, ਮੈਂ ਸਭ ਤੋਂ ਵਧੀਆ, ਮੈਂ ਸਭ ਤੋਂ ਇੰਟੈਲੀਜੈਂਟ, ਮੇਰੇ ਤੋਂ ਬਿਹਤਰ ਕੋਈ ਨਹੀਂ। ਸਾਰੇ ਵਿਕਾਰ ਜਿਹੜੇ ਨੇ ਉਹ ਇੱਥੋਂ ਆਉਂਦੇ ਨੇ। ਜਿਹੜਾ ਗਿਆਨ, ਜਿਹੜਾ ਵਿਵੇਕ ਤੁਹਾਨੂੰ ਇਸ ਚੀਜ਼ ਨਾਲੋਂ ਤੋੜਨਾ ਸ਼ੁਰੂ ਕਰ ਦੂਗਾ ਨਾ, ਜਦੋਂ ਤੁਸੀਂ ਹੰਬਲ ਹੋਣੇ ਸ਼ੁਰੂ ਹੋ ਜਾਓਗੇ ਕਿ ਠੀਕ ਆ ਜੀ, ਜੋ ਮੈਨੂੰ ਪਰਮਾਤਮਾ ਨੇ ਬਣਾਇਆ ਠੀਕ ਆ, ਉਦੋਂ ਫਿਰ ਤੁਹਾਡਾ ਜਿਹੜਾ ਬਾਹਰੀ ਰੂਪ ਹੈ ਨਾ ਉਹ ਵੀ ਸਿੱਖੀ ਰੂਪ ਦੇ ਵਿੱਚ ਢਲਣਾ ਸ਼ੁਰੂ ਹੋ ਜਾਊਗਾ। ਉਦੋਂ ਫਿਰ ਆਪਾਂ ਇਹ ਨਹੀਂ ਕਹਾਂਗੇ ਕਿ ਸਿੱਖੀ ਤਾਂ ਜੀ ਅੰਦਰ ਹੁੰਦੀ ਆ, ਸਿੱਖੀ ਬਾਹਰ ਦਾ ਕੀ ਆ, ਕਿਉਂਕਿ ਜਿਹਦੇ ਅੰਦਰ ਸਿੱਖੀ ਆ ਗਈ ਉਹਦੇ ਬਾਹਰ ਉਹ ਖਿਲਣੀ ਆ। ਤੁਸੀਂ ਫੁੱਲ ਨੂੰ ਸੁਗੰਧੀ ਨਾਲੋਂ ਅਲੱਗ ਨਹੀਂ ਕਰ ਸਕਦੇ, ਪੋਸੀਬਲ ਹੀ ਨਹੀਂ ਆ। ਕਿਉਂਕਿ ਜਦੋਂ ਉਹਨੇ ਸੁਗੰਧੀ ਦੇਣੀ ਆ ਨਾ, ਉਹਨੇ ਆਪਣੇ ਆਪ ਫੁੱਲ ਨੇ ਖਿੜਨਾ ਵੀ ਉਦੋਂ ਹੀ ਆ ਜਦੋਂ ਸੁਗੰਧੀ ਭਰ ਜਾਣੀ ਆ। ਉਸ ਤੋਂ ਪਹਿਲਾਂ ਫੁੱਲ ਨੇ ਖਿੜਨਾ ਵੀ ਨਹੀਂ। ਸੋ ਉਹ ਜਿਹੜੀ ਗੱਲ ਹੈ ਉਹ ਤੁਹਾਡੇ ਅੰਦਰ ਆਪਣੇ ਆਪ, ਜਦੋਂ ਤੁਹਾਡੀ ਸੁਰਤ ਜਿਹੜੀ ਆ ਉਹ ਚੇਲਾ ਬਣ ਗਈ ਉਸ ਸ਼ਬਦ ਗੁਰੂ ਦਾ, ਤੁਹਾਡੇ ਅੰਦਰ ਸਿੱਖੀ ਖਿਲਣੀ ਸ਼ੁਰੂ ਹੋ ਗਈ। ਤੁਸੀਂ ਆਪਣੇ ਆਪ ਸਿੱਖੀ ਰੂਪ ਦੇ ਵਿੱਚ ਆਉਣਾ ਸ਼ੁਰੂ ਹੋ ਜਾਣਾ। ਕਿਉਂਕਿ ਸਭ ਤੋਂ ਪਹਿਲੀ ਤੁਹਾਡੀ ਮੈਂ ਮਰਨੀ ਆ ਕਿ ਮੈਂ ਸਿਆਣਾ ਆ। ਮੈਂ ਹੁਣ ਜਦੋਂ ਆਪਾਂ ਆਪਣੇ ਚਿਹਰੇ ਨਾਲ ਜਾਂ ਆਪਣੇ ਕਿਸੇ ਵੀ ਅੰਗ ਦੇ ਨਾਲ, ਜੋ ਵੀ ਇਹ ਜਿਹੜੇ ਲੋਕ ਕਰਦੇ ਉਹਨਾਂ ਦੇ ਨਾਲ, ਉਹਨਾਂ 'ਤੇ ਮੇਰੀ ਕੋਈ ਟਿੱਪਣੀ ਨਹੀਂ, ਬਸ ਇੱਕ ਥਾਟ ਹੈ, ਇੱਕ ਥਿੰਕਿੰਗ ਆ, ਹੈ ਨਾ, ਜਿਹੜੀ ਤੁਹਾਡੇ ਨਾਲ ਡਿਸਕਸ਼ਨ ਕਰ ਰਹੀ ਹਾਂ। ਉਹ ਆਪਾਂ ਕਿਉਂ ਕਰਦੇ ਹਾਂ? ਕਿਉਂਕਿ ਆਪਾਂ ਕਹਿੰਦੇ ਹਾਂ ਗਰੂਮ ਕਰ ਲਓ ਆਪਣੇ ਆਪ ਨੂੰ, ਥੋੜ੍ਹਾ ਜਿਹਾ ਪ੍ਰੈਜ਼ੈਂਟੇਬਲ ਲੱਗਣੇ ਚਾਹੀਦੇ ਆ। ਅਤੇ ਕਿਆ ਪਰਮਾਤਮਾ ਪਾਗਲ ਹੈ ਜਿਹਨੇ ਤੁਹਾਨੂੰ ਇਸ ਤਰ੍ਹਾਂ ਦਾ ਬਣਾ ਕੇ ਭੇਜਿਆ? ਉਹਨੇ ਤੁਹਾਨੂੰ ਬਕਾਇਦਾ ਪ੍ਰੈਜ਼ੈਂਟੇਬਲ ਬਣਾ ਕੇ ਭੇਜਿਆ। ਪਰ ਆਪਾਂ ਨੂੰ ਲੱਗਦਾ ਕਿ ਨਹੀਂ, ਮੈਂ ਉਸ ਤੋਂ ਸਿਆਣਾ। ਤਾਂ ਹੀ ਤਾਂ ਅੱਜ ਕੱਲ੍ਹ ਕੁਛ ਲੋਕ ਨੱਕ ਵੀ ਬਦਲਣਾ ਸ਼ੁਰੂ ਹੋ ਗਏ, ਕੁਛ ਜਿਹੜੇ ਆ ਉਹ ਚੀਕਸ ਨੂੰ ਵੀ ਉੱਪਰ ਕਰ ਲੈਂਦੇ ਆ, ਪਤਾ ਨਹੀਂ ਕਿਹੜੀਆਂ ਥੈਰੇਪੀਜ਼ ਕਰਨ ਲੱਗ ਜਾਂਦੇ ਆ, ਕਿਉਂਕਿ ਅਸੀਂ ਰੱਬ ਹੋਣਾ ਚਾਹੁੰਦੇ ਹਾਂ। ਸਾਡੀ ਈਗੋ ਐਡੀ ਵੱਡੀ ਹੋ ਗਈ, ਔਰ ਇਸੇ ਈਗੋ ਦੇ ਚੱਲਦਿਆਂ ਜਿਹੜੀਆਂ ਮੈਂਟਲ ਹੈਲਥ ਪ੍ਰੋਬਲਮਸ ਆ ਉਹ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਤੁਹਾਡੇ ਅੰਦਰ ਇਹ ਚੀਜ਼ ਖਤਮ ਹੋਣੀ ਸ਼ੁਰੂ ਹੋ ਗਈ, ਜਦੋਂ ਤੁਹਾਡੇ ਅੰਦਰ ਸਿੱਖੀ ਖਿਲਣੀ ਸ਼ੁਰੂ ਹੋ ਗਈ, ਜਦੋਂ ਉਸ ਗਿਆਨ ਦਾ, ਜਿਹਨੂੰ ਤੁਸੀਂ ਗੁਰੂ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰਾ ਗੁਰੂ ਗਿਆਨ ਹੈ, ਵਿਵੇਕ ਹੈ, ਜਦੋਂ ਉਸ ਵਿਵੇਕ ਨੂੰ ਤੁਸੀਂ ਆਪਣਾ ਗੁਰੂ ਬਣਾਉਣਾ ਸ਼ੁਰੂ ਕਰ ਲਿਆ ਨਾ, ਸਮਝ ਲਿਆ, ਔਰ ਤੁਹਾਡੀ ਸੁਰਤ ਚੇਲਾ ਬਣ ਗਈ, ਇਹ ਬੋਡੀ ਦੀ ਜਿਹੜੀ ਕੌਨਸ਼ੀਅਸਨੈਸ ਆ ਉਹ ਖਤਮ ਹੋ ਗਈ, ਈਗੋ ਖਤਮ ਹੋ ਜਾਊਗੀ, ਔਰ ਨਾਲ ਦੇ ਨਾਲ ਹੀ ਜਿਹੜੀ ਸਿੱਖੀ ਆ ਉਹ ਖਿੜਨੀ ਸ਼ੁਰੂ ਹੋ ਜਾਊਗੀ। ਤੁਹਾਡੇ ਅੰਦਰ ਬਾਹਰ ਸਿੱਖੀ ਆਪਣੇ ਆਪ ਦਿਖਣੀ ਸ਼ੁਰੂ ਹੋ ਜਾਊਗੀ। ਇਹਦੀ ਆਪਾਂ ਅੱਗੇ ਹੋਰ ਵੀ ਡਿਸਕਸ਼ਨ ਕਰਾਂਗੇ, ਪਰ ਅੱਜ ਜਿਹੜਾ ਹੈ ਟਾਈਮ ਮੈਨੂੰ ਲੱਗਦਾ ਕਿ ਜ਼ਿਆਦਾ ਹੋ ਗਿਆ, ਮੈਨੂੰ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਇਸੇ ਜਿਹੜੀ ਡਿਸਕਸ਼ਨ ਆ ਉਹਨੂੰ ਆਪਾਂ ਕੰਟੀਨਿਊਟੀ ਵਿੱਚ ਅਗਲੀ ਐਪੀਸੋਡ ਦੇ ਵਿੱਚ ਰੱਖਾਂਗੇ।
ਇੰਨੀਆਂ ਗੱਲਾਂ ਕਹਿੰਦੀ ਹੋਈ ਭੁੱਲਾਂ ਚੁੱਕਾਂ ਦੀ ਖਿਮਾ। ਮੇਰੇ ਕੋਲੇ ਕੋਈ ਵੀ ਗਲਤੀ ਹੋ ਜਾਏ ਤਾਂ ਆਪਣੀ ਬੱਚੀ ਆਪਣੀ ਭੈਣ ਸਮਝ ਕੇ ਮਾफ़ ਕਰਨਾ ਜੀ। ਔਰ ਮੈਨੂੰ ਆਪਣੇ ਜਿਹੜੇ ਸੁਝਾਅ ਨੇ ਉਹ ਜ਼ਰੂਰ ਲਿਖ ਕੇ ਭੇਜਿਆ ਕਰੋ। ਜੇ ਤੁਹਾਨੂੰ ਲੱਗਦਾ ਕਿ ਮੈਂ ਕਿਤੇ ਕੁਝ ਗਲਤ ਬੋਲ ਗਈ ਹਾਂ ਜਾਂ ਤੁਹਾਨੂੰ ਲੱਗਦਾ ਕਿ ਕੋਈ ਇੰਪਰੂਵਮੈਂਟ ਦੀ ਲੋੜ ਹੈ ਜਾਂ ਤੁਹਾਨੂੰ ਲੱਗਦਾ ਕਿ ਮੈਂ ਬਿਲਕੁਲ ਆਈ ਡੂ ਨਾਟ ਮੇਕ ਸੈਂਸ ਐਟ ਆਲ, ਤਦ ਵੀ ਤੁਸੀਂ ਜ਼ਰੂਰ ਲਿਖ ਕੇ ਭੇਜੋ। ਮੈਂ ਤੁਹਾਡੇ ਹਰ ਇੱਕ ਈਮੇਲ ਨੂੰ ਆਪ ਪੜ੍ਹਦੀ ਹਾਂ ਔਰ ਬਕਾਇਦਾ ਆਪ ਆਨਸਰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਇੰਨੀਆਂ ਗੱਲਾਂ ਕਹਿੰਦੀ ਹੋਈ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਜਦੋਂ ਤੁਹਾਨੂੰ ਕੋਈ